हेलो एवरीवन, वेलकम और वेलकम बैक टू माय चैनल। बीए ਸਮੈਸਟਰ 6 सोशियोलॉजी ਦੇ इंपॉर्टेंट शॉर्ट क्वेश्चन डिस्कस करांगे। वन बाय वन सारे ही ਚੈਪਟਰਸ ਦੇ ਵਿੱਚੋਂ क्वेश्चन ਆਪਾਂ ਕਰਾਂਗੇ। इंपॉर्टेंट क्वेश्चन ਦੇ ਰਿਗਾਰਡਿੰਗ ਵੀਡੀਓ ਆਈ ਹੋਈ ਹੈ, ਉਹਦੇ ਵਿੱਚੋਂ ਦੇਖ ਕੇ ਤੁਸੀਂ ਲੌਂਗ ਅਤੇ ਸ਼ਾਰਟ क्वेश्चन ਅਟੈਂਪਟ ਕਰ ਲਿਓ। ਠੀਕ ਹੈ, ਕਿੱਦਾਂ ਕਰਨੇ ਨੇ। ਬਹੁਤ ਈਜ਼ੀ ਲੈਂਗੁਏਜ 'ਚ ਟੀਚਿੰਗ ਵੀਡੀਓਜ਼ ਵੀ ਆਏ ਹੋਏ ਨੇ, ਉਹ ਵੀ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਪਾ ਦਾਂਗੀ। ਸੋ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਲਰੇਡੀ ਪਤਾ ਹੋਊਗਾ ਕਿ ਕਿਹੜੇ ਸ਼ਾਰਟ क्वेश्चन ਮੈਮ ਨੇ ਇੰਪੋਰਟੈਂਟ ਦੱਸੇ ਆ, ਤਾਂ ਉਹਨੇ ਤਾਂ ਤਿਆਰੀ ਵੀ ਕਰ ਲਈ ਹੋਏਗੀ। ਸੋ ਫਟਾਫਟ ਇੱਕ ਰਿਵਿਊ ਆਪਾਂ ਲੈਂਦੇ ਹਾਂ। ਸੋ ਫਸਟ ਆਫ ਆਲ ਸੋਸ਼ਲ ਰਿਸਰਚ ਕੀ ਹੁੰਦੀ ਹੈ? ਤਾਂ ਸੋਸ਼ਲ ਰਿਸਰਚ ਕੀ ਹੁੰਦੀ ਹੈ? ਮਨੁੱਖ ਜਿਹੜਾ ਹੈਗਾ ਇੱਕ ਬੌਧਿਕ ਪ੍ਰਾਣੀ ਹੈ, ਬਹੁਤ ਹੀ ਜ਼ਿਆਦਾ ਉਸਦਾ ਮਨ ਜਗਿਆਸੂ ਹੈਗਾ। ਠੀਕ ਹੈ, ਕੁਝ ਕਰਨ ਦੀ ਰੁਚੀ, ਕਿਸੇ ਕੁਐਸਚਨ ਦਾ ਆਨਸਰ ਪਾਉਣ ਦੀ ਜਿਹੜੀ ਰੁਚੀ ਹੈਗੀ ਉਸਦੇ ਵਿੱਚ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜਾ ਹੈ ਉਹ ਆਪਣੇ ਗਿਆਨ ਨੂੰ ਪ੍ਰਾਪਤ ਕਰਨ ਲਈ ਜਿਹੜਾ ਹੈਗਾ ਖੋਜਾਂ ਕਰਦਾ ਰਹਿੰਦਾ ਹੈ। ਸੋ ਇਸੇ ਨੂੰ ਜਿਹੜਾ ਹੈਗਾ ਖੋਜ ਕਹਿੰਦੇ ਆ। ਲੇਕਿਨ ਜਦੋਂ ਸਮਾਜਿਕ ਘਟਨਾਵਾਂ ਦਾ ਅਧਿਐਨ ਕਰਦਾ ਹੈਗਾ ਵਿਗਿਆਨਕ ਰੂਪ ਦੇ ਨਾਲ, ਠੀਕ ਹੈ, ਤਾਂ ਆਪਣੇ ਗਿਆਨ ਦਾ ਭੰਡਾਰ ਭਰਦਾ ਹੈ, ਉਸ ਨੂੰ ਅਸੀਂ ਸਮਾਜਿਕ ਖੋਜ ਕਹਿੰਦੇ ਹਾਂ। ਠੀਕ ਹੈ, ਸੋ ਸਮਾਜਿਕ ਖੋਜ ਕੀ ਹੁੰਦੀ ਹੈ? ਜਦੋਂ ਸਮਾਜਿਕ ਘਟਨਾਵਾਂ ਦਾ ਜਿਹੜਾ ਹੈ ਖੋਜ ਕੀਤੀ ਜਾਂਦੀ ਹੈ, ਉਹਨਾਂ ਦੀਆਂ ਸਮੱਸਿਆਵਾਂ ਨੂੰ, ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਮਨੁੱਖ ਜਿਹੜਾ ਹੈਗਾ ਆਪਣੇ ਗਿਆਨ ਦਾ ਭੰਡਾਰ ਵੀ ਭਰਦਾ ਹੈ, ਆਪਣੀਆਂ ਲੋੜਸ ਨੂੰ, ਆਪਣੇ ਗਿਆਨ ਦੀਆਂ ਲੋੜਾਂ ਨੂੰ ਸੈਟਿਸਫਾਈ ਕਰਦਾ ਹੈ, ਉਸ ਨੂੰ ਅਸੀਂ ਸਮਾਜਿਕ ਖੋਜ ਕਹਿੰਦੇ ਹਾਂ। ਸੋ ਸਮਾਜਿਕ ਖੋਜ ਦੀ ਮੈਂ ਤੁਹਾਨੂੰ ਡੈਫੀਨੇਸ਼ਨਸ ਵੀ ਕਰਵਾਈਆਂ, ਤੁਸੀਂ ਉਹ ਜਿਹੜੀਆਂ ਮੈਂ ਵੱਡੇ ਚੈਪਟਰਸ 'ਚ ਕਰਵਾਈਆਂ ਨੇ। ਠੀਕ ਹੈ, ਫੁੱਲ ਚੈਪਟਰ ਜਦੋਂ ਮੈਂ ਪੜ੍ਹਾਏ ਨੇ ਉਹਦੇ ਵਿੱਚੋਂ ਕਰ ਸਕਦੇ ਹੋ। ਸੋ ਪੀਵੀ ਯੰਗ ਕਹਿ ਰਹੇ ਨੇ ਕਿ ਸਮਾਜਿਕ ਖੋਜ ਦੀ ਪਰਿਭਾਸ਼ਾ ਜਿਹੜੀ ਹੈ ਜਿਸ ਵਿੱਚ ਅਸੀਂ ਨਵੇਂ ਤੱਥਾਂ ਦੀ ਖੋਜ ਕਰਦੇ ਹਾਂ, ਪੁਰਾਣੇ ਤੱਥਾਂ ਦੀ ਪਛਾਣ ਕਰਦੇ ਹਾਂ, ਉਹਨਾਂ ਦੀ ਕਰਮਬੱਧਤਾ ਦੇਖਦੇ ਹਾਂ, ਅੰਤਰ ਸੰਬੰਧ ਦੇਖਦੇ ਹਾਂ, ਕਾਰਜ ਅਤੇ ਕਾਰਨ ਦੀ ਵਿਆਖਿਆ ਕਰਦੇ ਹਾਂ, ਅਤੇ ਕੰਟਰੋਲ ਕਰਨ ਵਾਲੇ ਨਿਯਮਾਂ ਦੀ ਸਹੀ ਤਰੀਕੇ ਨਾਲ ਜਿਹੜੀ ਹੈ ਖੋਜ ਦੇ ਰੂਪ 'ਚ ਪਤਾ ਲਗਾਉਂਦੇ ਹਾਂ। ਸੋ ਉਸ ਤੋਂ ਬਾਅਦ ਜਿਹੜਾ ਹੈ ਕਿਹੜੇ ਮਹੱਤਵਪੂਰਨ ਕਦਮ ਹੁੰਦੇ ਨੇ, ਇਹ ਆਪਣਾ ਸਟੈਪਸ ਵਾਲਾ ਜਿਹੜਾ ਹੈ ਕੁਐਸਚਨ ਹੈ। ਠੀਕ ਹੈ, ਜਿਵੇਂ ਆਪਾਂ ਸਟੈਪਸ ਕਰੇ ਨੇ ਕਿ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈਗਾ ਕਿ ਸਮੱਸਿਆ ਦਾ ਟੌਪਿਕ ਲੱਭਣਾ ਹੈ ਕਿ ਕਿਹੜੇ ਵਿਸ਼ੇ 'ਤੇ ਅਸੀਂ ਖੋਜ ਕਰਨੀ ਹੈ, ਵਿਗਿਆਨਕ ਤਰੀਕਾ ਲੱਭਦੇ ਹਾਂ ਕਿ ਕਿਹੜੇ ਨਾਲ ਕਰਨੀ ਹੈ। ਫਿਰ ਰਿਵਿਊ ਆਫ ਲਿਟਰੇਚਰ, ਸਾਹਿਤ ਦੀ ਪੜਚੋਲ ਕਰਨੀ ਹੈ। ਠੀਕ ਹੈ, ਉਸਦੇ ਜਿਹੜੀ ਵੀ ਖੋਜ ਕਰਨੀ ਹੈ ਉਸਦੇ ਰਿਲੇਟਡ ਅਸੀਂ ਕੀ ਹੈਗੇ ਬੁੱਕਸ ਪੜ੍ਹਦੇ ਹਾਂ, ਮੈਗਜ਼ੀਨ, ਅਖਬਾਰਾਂ, ਰਸਾਲਿਆਂ ਤੋਂ, ਪੁਰਾਣੇ ਜਿਹੜੇ ਰਿਸਰਚ ਕਰ ਚੁੱਕੇ ਆ ਉਹਨਾਂ ਵਿਦਿਆਰਥੀਆਂ ਤੋਂ, ਹੈ ਨਾ, ਉਹਨਾਂ ਤੋਂ ਪੁੱਛਦੇ ਹਾਂ। ਸੋ ਇਹ ਜਿਹੜਾ ਹੈਗਾ ਆਪਾਂ ਇੱਕ ਡਾਟਾ ਜਿਹਾ ਇਕੱਠਾ ਕਰ ਲੈਂਦੇ ਹਾਂ, ਅਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਅਸੀਂ ਉਸਨੂੰ ਰਿਵਿਊ ਕਰਦੇ ਹਾਂ, ਹੈ ਨਾ। ਸੋ ਉਸਨੂੰ ਰਿਵਿਊ ਆਫ ਲਿਟਰੇਚਰ ਕਹਿੰਦੇ ਆ। ਖੋਜ ਕਿਹੜੀ ਥਾਂ 'ਤੇ ਕਰਨੀ ਹੈ, ਕਿੱਥੇ ਕਰਨੀ ਹੈ, ਅਤੇ ਕਿਹੜਾ ਸੈਂਪਲ ਲੈਣਾ ਹੈਗਾ ਅਸੀਂ ਰਿਸਰਚ ਕਰਨ ਲਈ, ਅਤੇ ਡਾਟਾ ਕਿਵੇਂ ਇਕੱਠਾ ਕਰਨਾ ਹੈਗਾ। ਜੇ ਡਾਟਾ ਇਕੱਠਾ ਕੀਤਾ ਹੈਗਾ ਤਾਂ ਉਸਦਾ ਨਿਰੀਖਣ ਕਿਵੇਂ ਕਰਨਾ ਹੈ, ਐਨਾਲਾਈਜ਼ ਕਿੱਦਾਂ ਕਰਨਾ ਉਸਨੂੰ, ਹੈ ਨਾ, ਕੋਡਿੰਗ, ਟੈਬੂਲੇਸ਼ਨ, ਐਨਾਲਿਸਿਸ, ਡਾਟਾ ਕਿੱਦਾਂ ਕਰਨਾ ਹੈ। ਫਿਰ ਉਸ ਤੋਂ ਬਾਅਦ ਐਂਡ 'ਚ ਅਸੀਂ ਕੀ ਲਿਖਦੇ ਹਾਂ? ਰਿਪੋਰਟ। ਸੋ ਰਿਵਿਊ ਆਫ ਲਿਟਰੇਚਰ ਕੀ ਹੁੰਦਾ? ਰਿਵਿਊ ਆਫ ਲਿਟਰੇਚਰ ਹੁਣੇ ਦੱਸ ਕੇ ਹਟੀਆਂ ਕਿ ਇੱਕ ਮਹੱਤਵਪੂਰਨ ਕਦਮ ਹੈ ਖੋਜ ਦੀ ਸ਼ੁਰੂਆਤ। ਹੁਣ ਦੇਖੋ ਮੈਂ ਕੋਈ ਵੀ ਟੌਪਿਕ ਚੱਕਿਆ ਹੈ ਨਾ, ਲਾਈਕ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਮੈਂ ਆਈਲੈਟਸ ਸੈਂਟਰ ਦੀ ਸਟੱਡੀ ਕਰਨੀ ਹੈ ਕਿ ਪੰਜਾਬ 'ਚ ਕਿੰਨੇ ਇੱਕ ਆਈਲੈਟਸ ਸੈਂਟਰ ਹੈ, ਤਾਂ ਮੈਂ ਦੇਖਾਂਗੀ ਇਸ ਦੇ ਉੱਤੇ ਸਟੱਡੀ ਕਿਹਨੇ ਕੀਤੀ ਹੈ। ਉਹਨਾਂ ਦੀਆਂ ਸਟੱਡੀਜ਼ ਜਿਹੜੀਆਂ ਨੇ ਮੈਂ ਉਹ ਗੂਗਲ 'ਤੇ ਸਰਚ ਕਰਾਂਗੀ, ਬੁੱਕਸ ਲਾਇਬ੍ਰੇਰੀ ਜਾਵਾਂਗੀ, ਬੁੱਕਸ ਸਰਚ ਕਰੂੰਗੀ, ਹੈ ਨਾ, ਅਤੇ ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਉਹਨਾਂ ਨੇ ਇਸ 'ਤੇ ਸਟੱਡੀ ਕੀਤੀ ਹੈ, ਤਾਂ ਉਹਨਾਂ ਨੂੰ ਮਿਲੂੰਗੀ। ਤਾਂ ਇਹ ਕੀ ਹੈਗਾ? ਰਿਵਿਊ ਆਫ ਲਿਟਰੇਚਰ, ਮਤਲਬ ਸਾਹਿਤ ਦੀ ਪੜਚੋਲ ਵੀ, ਮਤਲਬ ਜਿਨ੍ਹਾਂ ਨੇ ਆਲਰੇਡੀ ਇਸ 'ਤੇ ਸਟੱਡੀ ਕਰ ਚੁੱਕੀ ਹੈ, ਮੈਂ ਉਹਨਾਂ ਦੀਆਂ ਵਰਕਿੰਗਸ ਪੜਾਂਗੀ, ਉਹਨਾਂ ਦਾ ਵਰਕ ਪੜਾਂਗੀ। ਤਾਂ ਇਸ ਤਰ੍ਹਾਂ ਮੈਨੂੰ ਥੋੜ੍ਹਾ ਜਿਹਾ ਜਿਹੜਾ ਹੈ ਆਪਣੀ ਰਿਸਰਚ ਬਾਰੇ, ਆਪਣੇ ਖੋਜ ਦੇ ਬਾਰੇ ਆਈਡੀਆ ਜਿਹਾ ਹੋ ਜਾਏਗਾ। ਸੋ ਇਹ ਜਿਹੜੀ ਹੈ ਬਹੁਤ ਫਾਇਦਾ ਲੈ ਕੇ ਆਉਂਦੀ ਹੈ, ਕਿਉਂਕਿ ਆਪਾਂ ਬਿਲਕੁਲ ਨਵੇਂ ਹੁੰਦੇ ਹਾਂ ਰਿਸਰਚ ਦੇ ਵਿੱਚ, ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਉਸਨੇ ਬੰਦੇ ਨੇ ਇੱਦਾਂ ਕੀਤੀ ਹੈ, ਔਰ ਲੇਕਿਨ ਮੈਂ ਇਹਦੇ ਵਿੱਚ ਆਹ ਵਾਲਾ ਤੜਕਾ ਹੈ ਜਿਹੜਾ ਇਹ ਲਗਾਉਣਾ ਚਾਹੁੰਦੀ ਹਾਂ, ਮਤਲਬ ਕਿ ਮੈਂ ਇਸ ਦੇ ਵਿੱਚ ਇਹ ਚੀਜ਼ਾਂ ਹੋਰ ਐਡ ਕਰਨੀਆਂ ਚਾਹੁੰਦੀ ਹਾਂ। ਠੀਕ ਹੈ, ਸੋ ਇਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਇਸ ਵਿਸ਼ੇ 'ਤੇ ਖੋਜ ਹੋ ਵੀ ਚੁੱਕੀ ਹੈ। ਤਾਂ ਸੇਮ ਵਿਸ਼ਾ ਨਹੀਂ ਮੈਂ ਚੱਕਾਂਗੀ, ਥੋੜ੍ਹਾ ਜਿਹਾ ਡਿਫਰੈਂਟ ਕਰ ਲਾਂਗੀ। ਲਾਈਕ ਕਿਸੇ ਨੇ ਅਗਰ ਹਰਿਆਣੇ 'ਚ ਕੀਤੀ ਹੈ ਤਾਂ ਮੈਂ ਪੰਜਾਬ 'ਚ ਕਰ ਲਾਂਗੀ। ਠੀਕ ਹੈ, ਲਾਈਕ ਅਗਰ ਕਿਸੇ ਨੇ ਲੈਟਰ ਸੇ ਸੰਗਰੂਰ ਏਰੀਆ 'ਚ ਕੀਤੀ ਹੈ ਤਾਂ ਮੈਂ ਪਟਿਆਲਾ ਏਰੀਆ, ਹੈ ਨਾ। ਸੋ ਇੱਦਾਂ ਜਿਹੜਾ ਹੈਗਾ ਆਪਾਂ ਥੋੜ੍ਹਾ ਜਿਹਾ ਡਿਫਰੈਂਟ ਟੌਪਿਕ ਚੱਕਾਂਗੇ, ਲੇਕਿਨ ਆਪਾਂ ਨੂੰ ਥੋੜ੍ਹਾ ਬਹੁਤਾ ਉਹ ਤੋਂ ਆਈਡੀਆ ਮਿਲ ਜਾਏਗਾ। ਸੋ ਸਮਾਜਿਕ ਖੋਜ ਦੇ ਪ੍ਰਕਾਰ, ਹੈ ਨਾ, ਇਹ ਮੈਂ ਸ਼ੋਰਟ 'ਚ ਵੀ ਦੱਸਿਆ ਸੀ ਕਿ ਇੱਕ ਪਿਓਰ ਰਿਸਰਚ ਹੁੰਦੀ ਹੈ, ਇੱਕ ਅਪਲਾਈਡ ਹੁੰਦੀ ਹੈ, ਇੱਕ ਐਕਸ਼ਨ ਰਿਸਰਚ ਹੁੰਦੀ ਹੈ। ਸ਼ੁੱਧ ਵਿਸ਼ੁੱਧ ਪਿਓਰ ਰਿਸਰਚ ਕਿਹੜੀ ਹੁੰਦੀ ਹੈ? ਜਿਹੜੀ ਆਪਾਂ ਸਿਰਫ ਔਰ ਸਿਰਫ ਗਿਆਨ ਪ੍ਰਾਪਤ ਕਰਨ ਲਈ ਯੂਜ਼ ਕਰਦੇ ਹਾਂ। ਠੀਕ ਹੈ, ਉਹ ਸਮਾਜਿਕ ਖੋਜ ਜਿਹੜੀ ਸਿਰਫ ਔਰ ਸਿਰਫ ਗਿਆਨ ਪ੍ਰਾਪਤੀ ਦੇ ਲਈ ਹੀ ਕੀਤੀ ਜਾਂਦੀ ਹੈਗੀ ਹੈ, ਅਤੇ ਸਿਰਫ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਪੁਰਾਣੀ ਜਿਹੜੀਆਂ ਚੀਜ਼ਾਂ ਸੀ ਉਹ ਹੁਣ ਦੇ ਟਾਈਮ 'ਚ ਸੈੱਟ ਬੈਠਦੀਆਂ ਨੇ, ਜਿਹੜੀਆਂ ਹੁਣ ਦੀਆਂ ਚੀਜ਼ਾਂ ਨੇ ਇਹ ਕਿਵੇਂ ਆਪਾਂ ਦੂਰ ਕਰ ਸਕਦੇ ਹਾਂ। ਸੋ ਇੰਨੀ ਕੁ ਰਿਸਰਚ ਹੈਗੀ ਹੈ, ਇਸ ਨੂੰ ਕਿਤੇ ਅਪਲਾਈ ਨਹੀਂ ਕੀਤਾ ਜਾ ਸਕਦਾ। ਸੋ ਸਿਰਫ ਆਪਾਂ ਨੌਲੇਜ ਲਈ, ਹੈ ਨਾ, ਵੀ ਇਹ ਐਕਸੀਡੈਂਟ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਜਸਟ ਇਹ ਪਿਓਰ ਰਿਸਰਚ ਹੈ। ਠੀਕ ਹੈ, ਸੋ ਵਿਵਹਾਰਿਕ ਖੋਜ ਕੀ ਹੋ ਗਈ? ਅਪਲਾਈਡ, ਜਦੋਂ ਅਸੀਂ ਜਿਹੜਾ ਹੈਗਾ ਅਸੀਂ ਸੋਚਦੇ ਹਾਂ ਵੀ ਇਹਦੇ ਨਾਲ ਕਿਸੇ ਦੀ ਭਲਾਈ ਹੋਵੇ, ਐਕਸੀਡੈਂਟ ਹੋ ਰਹੇ ਨੇ, ਹੋ ਸਕਦਾ ਇੱਥੇ ਖੱਡਾ ਹੈਗਾ, ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਅਸੀਂ ਅਖਬਾਰਾਂ ਦੇ ਵਿੱਚ ਛਾਪਾਂਗੇ ਤਾਂ ਉਹ ਹੋਗੀ ਅਪਲਾਈਡ ਰਿਸਰਚ। ਮਤਲਬ ਅਸੀਂ ਗਿਆਨ ਤਾਂ ਲਿਆ, ਪਿਓਰ ਚੀਜ਼ ਪ੍ਰਾਪਤ ਕਰ ਲਈ ਨਾ ਕਿ ਹਾਂ ਵੀ
ਐਕਸੀਡੈਂਟ ਹੋ ਰਹੇ ਨੇ। ਐਕਸੀਡੈਂਟ ਦਾ ਵਜ੍ਹਾ ਹੈਗਾ ਕਿ ਇੱਥੇ ਜਿਹੜੀਆਂ ਹੈਗੀਆਂ ਲਾਈਟਸ ਨਹੀਂ ਲੱਗੀਆਂ ਹੋਈਆਂ, ਠੀਕ ਹੈ। ਇਹ ਚੁਰਸਤਾ ਹੈਗਾ ਜਾਂ ਫਿਰ ਇੱਥੇ ਤਿਰਸਤਾ ਹੈਗਾ, ਇੱਥੇ ਲਾਈਟਸ ਨਹੀਂ ਲੱਗੀਆਂ, ਸੋ ਇਹ ਰੀਜ਼ਨ ਹੈਗਾ। ਤਾਂ ਉਸ ਚੀਜ਼ ਨੂੰ ਅਸੀਂ ਜਿਹੜਾ ਹੈਗਾ ਅੱਗੇ ਕਿਸੇ ਨਾ ਕਿਸੇ ਚੀਜ਼ ਲਈ ਅਪਲਾਈ ਕਰਦੇ ਹਾਂ, ਫਿਰ ਅਸੀਂ ਜਿਹੜਾ ਹੈ ਗੌਰਮੈਂਟ ਨੂੰ ਲੈਟਰ ਲਿਖਦੇ ਹਾਂ ਕਿ ਵੀ ਹਾਂ ਇਹ ਚੀਜ਼ ਹੋਣੀ ਚਾਹੀਦੀ ਹੈ ਨਾ। ਅਖਬਾਰਾਂ 'ਚ ਇਹ ਚੀਜ਼ ਲਿਖਦੇ ਹੈਗੇ ਕਿ ਇਹ ਖਰਾਬ ਹੋ ਰਿਹਾ ਕੰਮ, ਤੇ ਆਪਾਂ ਨੂੰ ਜਿਹੜੀ ਹੈਗੀ ਇਹ ਕੀ ਕਵਾਂਗੇ, ਅਸੀਂ ਇਸ ਨੂੰ ਅਪਲਾਈਡ, ਜਿਹੜਾ ਗਿਆਨ ਅਸੀਂ ਲਿਆ ਉਹ ਅਸੀਂ ਅੱਗੇ ਜਿਹੜਾ ਹੈਗਾ ਕਿਤੇ ਯੂਜ਼ ਕੀਤਾ, ਠੀਕ ਹੈ। ਕਿਸ ਲਈ? ਭਲਾਈ ਲਈ, ਲੋਕਾਂ ਦੀ। ਐਕਸ਼ਨ ਰਿਸਰਚ ਹੋ ਗਿਆ ਕਿਰਿਆ ਰਿਸਰਚ, ਜਿਸ ਦਾ ਉਦੇਸ਼ ਹੈਗਾ ਕਿ ਵਰਤਮਾਨ ਹਾਲਾਤਾਂ ਨੂੰ ਬਦਲਣਾ। ਐਕਸ਼ਨ ਮਤਲਬ ਕੋਈ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਉਸ ਦੇ ਉੱਤੇ ਕੋਈ ਨਾ ਕੋਈ ਰਿਸਰਚ ਫਟਾਫਟ ਕਰ ਲੈਣਾ ਕਿ ਇਸ ਦਾ ਹੱਲ ਜਿਹੜਾ ਹੈ ਇੱਦਾਂ ਨਹੀਂ ਇੱਦਾਂ ਨਿਕਲੇਗਾ, ਠੀਕ ਹੈ। ਸੋ ਇੱਕ ਹੋਰ ਕੁਐਸਚਨ ਹੈਗਾ ਕਿ ਅਸੀਂ ਅਗਰ ਰਿਸਰਚ ਟੌਪਿਕ ਦੀ, ਸਮਾਜਿਕ ਖੋਜ ਦੇ ਟੌਪਿਕ ਦੀ ਚੋਣ ਕੀਤੀ ਹੈ ਤਾਂ ਉਹਦੀਆਂ ਸਮੱਸਿਆਵਾਂ ਕੀ ਹੁੰਦੀਆਂ ਨੇ। ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਗਰ ਅਸੀਂ ਕੋਈ ਸਬਜੈਕਟ ਦੇ ਉੱਤੇ, ਕਿਸੇ ਟੌਪਿਕ ਦੇ ਉੱਤੇ ਰਿਸਰਚ ਕਰਨੀ ਹੈ, ਪਹਿਲਾਂ ਕਿਸੇ ਨੇ ਚੁਣਿਆ ਤਾਂ ਨਹੀਂ ਹੋਇਆ ਉਹ ਸਬਜੈਕਟ। ਦੂਜੀ ਗੱਲ ਹੈਗੀ ਹੈ ਕਿ ਜਿਹੜੇ ਅਸੀਂ ਵਿਸ਼ੇ 'ਤੇ ਖੋਜ ਕਰਨੀ ਆ ਉਹ ਵਿਸ਼ਾ ਅਸੀਂ ਬੜੀ ਸਾਵਧਾਨੀ ਨਾਲ ਚੁਣਾਂਗੇ ਅਤੇ ਉਹ ਵਿਸ਼ਾ ਚੁਣਾਂਗੇ ਜਿਸ ਦਾ ਸਮਾਜ ਨੂੰ ਕੋਈ ਲਾਭ ਹੋਵੇਗਾ। ਤੀਜਾ, ਟਾਈਮ ਘੱਟ ਵੇਸਟ ਹੋਵੇ, ਪੈਸਾ ਘੱਟ ਵੇਸਟ ਹੋਵੇ, ਠੀਕ ਹੈ। ਸੋ ਸੋਚ ਸਮਝ ਕੇ ਜਿਹੜਾ ਹੈ ਅਸੀਂ ਰਿਸਰਚ ਟੌਪਿਕ ਚੁਣਾਂਗੇ। ਅੰਕੜਿਆਂ ਦਾ ਵਿਸ਼ਲੇਸ਼ਣ, ਐਨਾਲਿਸਿਸ ਆਫ ਡਾਟਾ। ਐਨਾਲਿਸਿਸ ਆਫ ਡਾਟਾ ਦਾ ਮਤਲਬ ਕੀ ਹੁੰਦਾ? ਜਦੋਂ ਅਸੀਂ ਸੋਸ਼ਲ ਰਿਸਰਚ ਕੀਤੀ ਤਾਂ ਜਿਹੜਾ ਇਕੱਠਾ ਹੋਇਆ ਡਾਟਾ ਉਹ ਬੜਾ ਬਿਖਰਿਆ ਹੋਇਆ ਹੁੰਦਾ, ਰੱਦੀ ਦੇ ਢੇਰ ਵਰਗਾ ਸਾਨੂੰ ਲੱਗਦਾ ਹੈ, ਪਰ ਇਸ ਨੂੰ ਅਸੀਂ ਸਿਸਟਮੈਟਿਕ ਤੌਰ ਦੇ ਉੱਤੇ ਸੈੱਟ ਕਰਕੇ ਰੱਖਦੇ ਹੈਗੇ ਹਾਂ, ਠੀਕ ਹੈ। ਲਾਈਕ ਬॉयਜ਼ ਦਾ ਡਾਟਾ, ਗਰਲਸ ਦਾ ਡਾਟਾ ਅਲੱਗ, ਠੀਕ ਹੈ, ਮੈਰਿਡ ਦਾ ਅਲੱਗ, ਅਨਮੈਰਿਡ ਦਾ ਅਲੱਗ, ਜਿਹੜੇ 18 ਸਾਲ ਤੋਂ 20 ਸਾਲ ਤੱਕ ਹੈ ਅਲੱਗ, 20 ਤੋਂ 22 ਸਾਲ ਅਲੱਗ, 22 ਤੋਂ 24 ਅਲੱਗ। ਤੋਂ ਇੱਦਾਂ ਜਿਹੜਾ ਹੈ ਸਿਸਟਮੈਟਿਕ ਤੌਰ ਦੇ ਉੱਤੇ ਜਿਹੜਾ ਹੈ ਡਾਟਾ ਨੂੰ ਆਪਾਂ ਰੱਖਦੇ ਹਾਂ ਤਾਂ ਉਹਨਾਂ ਨੂੰ ਅੰਕੜੇ ਦਾ ਵਿਸ਼ਲੇਸ਼ਣ ਕਹਿੰਦੇ ਹਾਂ, ਠੀਕ ਹੈ। ਸੋ ਇਹ ਅੰਕੜੇ ਅਸੀਂ ਕਿਵੇਂ ਇਕੱਠੇ ਕਰਦੇ ਹਾਂ? ਇੰਟਰਵਿਊ ਦੇ ਨਾਲ, ਪ੍ਰਸ਼ਨਾਵਲੀ, ਕੁਐਸਚਨੀਅਰ ਨਾਲ, ਸ਼ਡਿਊਲ ਦੇ ਨਾਲ, ਹੈ ਨਾ। ਸੋ ਅਸੀਂ ਇਹਨੂੰ ਸਿਸਟਮੈਟਿਕ ਤੌਰ ਦੇ ਉੱਤੇ ਰੱਖਦੇ ਹਾਂ ਤਾਂ ਕਿ ਜਿਹੜਾ ਹੈ ਅਸੀਂ ਨੈਕਸਟ ਸਟੈਪ ਦੇ ਵੱਲ ਜਾ ਸਕੀਏ। ਫਾਈਨ। ਹੁਣ ਕੁਐਸਚਨ ਜਿਹੜਾ ਹੈ ਥਿਊਰੀ ਜਿਹੜਾ ਹੈ, ਮੈਨੂੰ ਨਹੀਂ ਪਤਾ ਇਹਨਾਂ ਨੇ ਸਿਲੇਬਸ ਤੋਂ ਜਿਹੜਾ ਅਲੱਗ ਹੋ ਕੇ ਕੁਐਸਚਨ ਕਿਉਂ ਪਾਉਂਦੇ ਨੇ। ਸੋ ਥਿਊਰੀ ਦਾ ਕਿਤੇ ਕੋਈ ਲੈਣਾ ਦੇਣਾ ਨਹੀਂ ਹੈ, ਬਟ ਆਪਾਂ ਕਰਾਂਗੇ, ਠੀਕ ਹੈ, ਕਿਉਂਕਿ ਇਹ ਕਾਫੀ ਵਾਰ ਪੁੱਛਿਆ ਗਿਆ। ਸੋ ਥਿਊਰੀ ਜਿਹੜੀ ਹੈ, ਥਿਊਰੀ ਯਾਨੀ ਕਿ ਸਿਧਾਂਤ, ਜਦੋਂ ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਨਾਲ ਸੰਬੰਧਿਤ ਨਿਰੀਖਣਾਂ ਲਈ ਇੱਕ ਵਿਵਸਥਿਤ ਸਪਸ਼ਟੀਕਰਨ ਕੀਤਾ ਜਾਂਦਾ ਹੈ। ਮਤਲਬ ਕਿ ਥਿਊਰੀ ਦਾ ਮਤਲਬ ਇਹ ਹੁੰਦਾ ਜਦ ਹਰੇਕ ਸਿਧਾਂਤ ਹੋਰ ਖੋਜੀਆਂ ਵੱਲੋਂ ਵੀ ਜਿਹੜੀ ਹੈ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ। ਸੋ ਥਿਊਰੀ ਜਿਹੜੀ ਹੈਗੀ ਉਸਦੇ ਮੂਲ ਤੱਤ ਹੁੰਦੇ, ਨਿਰੀਖਣ ਕੀਤਾ ਜਾਂਦਾ, ਤੱਤ ਇਕੱਠੇ ਕੀਤੇ ਜਾਂਦੇ ਆ, ਨਿਯਮ, ਧਾਰਨਾਵਾਂ। ਸੋ ਸਿਧਾਂਤ ਜਿਹੜੇ ਨੇ, ਜਿਹੜੇ ਕਿ ਕਾਫੀ ਸਾਰੇ ਲੋਕ ਜਿਸ ਨੂੰ ਖੋਜਦੇ ਨੇ ਅਤੇ ਉਹਨਾਂ ਦਾ ਡਾਟਾ ਨਿਕਲਦਾ ਹੈਗਾ ਉਸ ਨੂੰ ਸਿਧਾਂਤ ਕਹਿੰਦੇ, ਕਿਉਂਕਿ ਜਿਹੜੀਆਂ ਰਿਸਰਚਿਸ ਬਾਰ-ਬਾਰ ਹੋ ਕੇ ਸੇਮ ਹੀ ਆਨਸਰ ਉਹਨਾਂ ਦਾ ਰਿਜ਼ਲਟ ਨਿਕਲੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ? ਥਿਊਰੀਜ਼। ਕਿ ਉਹ ਥਿਊਰੀਜ਼ ਬਣ ਜਾਂਦੀਆਂ ਨੇ ਸਿਧਾਂਤ। ਅਗਰ ਆਪਾਂ ਕਹਿੰਦੇ ਕਿ ਪੰਜਾਬ 'ਚ ਆਈਲੈਟਸ ਸੈਂਟਰ ਬਹੁਤ ਵੱਧ ਰਹੇ ਹੈ, ਲਾਈਕ ਮੇਰੇ ਵਰਗੇ 50 ਲੋਕਾਂ ਨੇ ਰਿਸਰਚ ਕੀਤੀ ਅਤੇ ਡਾਟਾ ਹੀ ਨਿਕਲਿਆ ਕਿ ਪੰਜਾਬ ਦੇ ਵਿੱਚ IAS ਸੈਂਟਰ ਬਹੁਤ ਘੱਟ ਨੇ, PT ਸੈਂਟਰ ਅਤੇ ਆਈਲੈਟਸ ਸੈਂਟਰ ਬਹੁਤ ਜ਼ਿਆਦਾ ਨੇ। ਤਾਂ ਅਗਰ ਹੋਰਾਂ ਨੇ ਵੀ ਇਹੀ ਸੇਮ ਰਿਜ਼ਲਟ ਕੱਢਿਆ ਤਾਂ ਉਹ ਜਿਹੜੀ ਥਿਊਰੀ ਹੈਗੀ ਹੈ ਉਹ ਕੀ ਬਣ ਜਾਏਗੀ? ਇੱਕ ਸਿਧਾਂਤ ਬਣ ਜਾਏਗੀ ਇਹ ਵਾਲਾ ਡਾਟਾ। ਸਮਾਜਿਕ ਖੋਜ ਦੀਆਂ ਦੋ ਸੀਮਾਵਾਂ, ਇੱਕ ਤਾਂ ਬਾਇਸਨੈਸ ਕਈ ਵਾਰ ਆ ਜਾਂਦੀ ਹੈ। ਲਾਈਕ ਅਗਰ ਮੈਂ ਸਿੱਖ ਕਮਿਊਨਿਟੀ ਦੇ ਉੱਤੇ ਖੋਜ ਕਰ ਰਹੀ ਹਾਂ, ਮੈਂ ਖੁਦ ਸਿੱਖ ਕਮਿਊਨਿਟੀ ਦੀਆਂ, ਤਾਂ ਬਾਇਸਨੈਸ ਆ ਜਾਏਗੀ। ਲਾਈਕ ਅਗਰ ਮੈਂ ਆਪ ਹੀ ਇੰਟਰਸਟਿਡ ਹੈਗੀ ਹਾਂ ਆਈਲੈਟਸ ਦੇ ਵਿੱਚ ਕਿ ਆਈਲੈਟਸ ਸੈਂਟਰ ਹੋਣੇ ਚਾਹੀਦੇ ਨੇ ਤਾਂ ਪੱਖਪਾਤ ਆ ਜਾਏਗਾ ਕਿ ਹਾਂ ਬਈ ਇਹ ਹੋਣੇ ਚਾਹੀਦੇ ਨੇ, ਠੀਕ ਹੈ। ਅਗਰ ਮੇਰੀ ਖੁਦ ਦੀ ਇੰਟਰਨ ਹੈਗੀ ਹੈ ਕਿ ਮੈਂ ਹਾਂ ਵਿਦੇਸ਼ ਜਾ ਕੇ ਪੜ੍ਹਾਂ ਜਾਂ ਰਹਾਂ, ਸੋ ਫਿਰ ਜਿਹੜੀ ਹੈ ਕਈ ਵਾਰ ਸੂਚਨਾ ਜਿਹੜੀ ਹੈਗੀ ਹੈ ਗਲਤ ਦੇ ਸਕਦਾ ਹੈਗਾ ਸਾਨੂੰ ਉੱਤਰਦਾਤਾ। ਸੋ ਤਾਂ ਕਰਕੇ ਵੀ ਜਿਹੜੀ ਹੈਗੀ ਸਮਾਜਿਕ ਖੋਜ ਗਲਤ ਹੋ ਜਾਂਦੀ ਹੈ। ਪ੍ਰਾਇਮਰੀ ਸੋਰਸਿਸ ਬਹੁਤ ਵਾਰ ਕੁਐਸਚਨ ਆਉਂਦਾ, ਪ੍ਰਾਇਮਰੀ ਔਰ ਜਿਹੜੇ ਹੈਗੇ ਨੇ ਸੈਕੰਡਰੀ ਸੋਰਸਿਸ, ਯਾਨੀ ਕਿ ਗੌਣ ਅੰਕੜੇ ਕਿਹੜੇ ਨੇ, ਠੀਕ ਹੈ। ਸੋ ਪ੍ਰਾਇਮਰੀ ਸੋਰਸਿਸ ਉਹ ਹੋ ਗਏ ਜਦੋਂ ਅਸੀਂ ਇੰਟਰਵਿਊ ਲੈਂਦੇ ਹਾਂ, ਠੀਕ ਹੈ, ਖੁਦ ਜਿਹੜਾ ਹੈਗਾ ਆਮੋ ਸਾਹਮਣੇ ਬੈਠ ਕੇ ਕੇਸ ਸਟੱਡੀ ਕਰਦੇ ਹਾਂ, ਓਬਜ਼ਰਵ ਕਰਦੇ ਹਾਂ, ਆਪ ਹੀ ਇਕੱਠੇ ਕਰਦੇ ਹਾਂ, ਠੀਕ ਹੈ। ਅਸੀਂ ਆਪ ਹੀ ਜਿਹੜਾ ਹੈਗਾ ਚਾਰਟ ਬਣਾ ਕੇ, ਗ੍ਰਾਫ ਬਣਾ ਕੇ ਇਹਨਾਂ ਨੂੰ ਜਿਹੜਾ ਹੈਗਾ ਪ੍ਰੈਜ਼ੈਂਟ ਕਰਦੇ ਹਾਂ। ਸੋ ਹੋ ਗਏ ਮੁੱਢਲੇ ਅੰਕੜੇ, ਮਤਲਬ ਅਸੀਂ ਖੁਦ ਜਾ ਕੇ ਜਿਹੜੀ ਹੈਗੀ ਹੈ ਸਟੱਡੀ ਕੀਤੀ ਹੈਗੀ ਹੈ। ਲਾਈਕ ਮੈਂ 5-7 ਜਣਿਆਂ ਦੀ ਇੰਟਰਵਿਊ ਕੀਤੀ ਹੈ ਅਤੇ ਉਹ ਮੇਰਾ ਹੈਗਾ ਪ੍ਰਾਇਮਰੀ ਡਾਟਾ। ਸੈਕੰਡਰੀ ਯਾਨੀ ਕਿ ਗੌਣ ਡਾਟਾ ਹੋ ਗਿਆ ਜਦੋਂ ਮੈਂ ਅਖਬਾਰ ਪੜ੍ਹੇ, ਅਖਬਾਰ ਦੇ ਵਿੱਚੋਂ ਡਾਟਾ ਕੱਢਿਆ, ਠੀਕ ਹੈ, ਕਿ ਵੀ ਇੰਨੇ % ਲੋਕਾਂ ਨੂੰ ਇਹ ਪ੍ਰੋਬਲਮ ਹੈ, ਠੀਕ ਹੈ। ਫਿਰ ਮੈਂ ਮੈਗਜ਼ੀਨ ਪੜ੍ਹੇ ਜਾਂ ਫਿਰ ਮੈਂ ਕਿਸੇ ਤੋਂ ਸੁਣੀ ਸੁਣਾਈ ਗੱਲ ਕਰ ਲਈ, ਹੈ ਨਾ, ਜਿਹੜੇ ਪਹਿਲਾਂ ਲੋਕ ਪੜ੍ਹ ਚੁੱਕੇ ਨੇ, ਇਹ ਰਿਸਰਚ ਕਰ ਚੁੱਕੇ ਨੇ, ਉਹਨਾਂ ਦਾ ਡਾਟਾ ਇਕੱਠਾ ਕਰਿਆ। ਸੋ ਇਹ ਮੇਰੇ ਗੌਣ ਅੰਕੜੇ ਨੇ, ਸੈਕੰਡਰੀ ਸੋਰਸਿਸ ਨੇ। ਪ੍ਰਾਇਮਰੀ ਹੋ ਗਿਆ ਜਦੋਂ ਮੈਂ ਖੁਦ ਉਸ ਚੀਜ਼ ਨੂੰ ਜਿਹੜਾ ਹੈਗਾ ਦੇਖਿਆ, ਪਰਖਿਆ, ਠੀਕ ਹੈ, ਓਬਜ਼ਰਵ ਕੀਤਾ। ਵਿਗਿਆਨਕ ਵਿਧੀ, ਸਾਇੰਟੀਫਿਕ ਮੈਥਡ ਕੀ ਹੁੰਦਾ? ਜਦੋਂ
ਕਿਸੇ ਵੀ ਖੋਜ ਨੂੰ ਸਾਇੰਟੀਫਿਕ ਵੇ ਦੇ ਨਾਲ ਜਿਹੜਾ ਹੈ ਅਧਿਐਨ ਕੀਤਾ ਜਾਂਦਾ ਹੈ ਤਾਂ ਵਿਗਿਆਨਕ ਨਿਯਮਾਂ ਦਾ ਨਿਰਮਾਣ ਕੀਤਾ ਜਾਂਦਾ, ਉਸ ਨੂੰ ਅਸੀਂ ਜਿਹੜਾ ਹੈਗਾ ਵਿਗਿਆਨਕ ਵਿਧੀ ਕਹਿੰਦੇ ਆ। ਸੋ ਵਿਗਿਆਨਕ ਵਿਧੀ ਦੇ ਜਿਹੜੇ ਕਦਮ ਨੇ ਉਹ ਵੀ ਆਪਾਂ ਵੱਡੇ ਕੁਐਸਚਨਾਂ 'ਚ ਕੀਤੇ ਹੋਏ, ਸੇਮ ਐਜ਼ ਇਟ ਇਜ਼ ਹੀ ਕਰਨੇ ਆ। ਮੈਂ ਇਹਦੇ ਵਿੱਚੋਂ ਤਾਨੀ ਪੜਾਦੀ ਥੋੜ੍ਹੇ ਜਿਹੇ ਟਫ ਹੈ, ਸੋ ਉਹੀ ਵਾਲੇ ਕਰ ਲਿਓ। ਚੰਗੇ ਖੋਜਾਰਥੀ ਦੇ ਵਿੱਚ ਜਿਹੜਾ ਹੈ, ਚੰਗੇ ਰਿਸਰਚਰ 'ਚ ਕਿਹੜੇ ਗੁਣ ਹੋਣੇ ਚਾਹੀਦੇ? ਬਹੁਤ ਇੰਪੋਰਟੈਂਟ ਗੁਣ ਹੈ। ਇੱਕ ਤਾਂ ਉਹਨੂੰ ਵਿਸ਼ੇ ਦਾ ਗਿਆਨ ਹੋਵੇ, ਖੋਜ ਵਿਧੀ ਦਾ ਜਿਹੜੇ ਟੂਲਸ ਟੈਕਨੀਕਸ ਉਹ ਯੂਜ਼ ਕਰੇ, ਮੈਥਡਸ ਯੂਜ਼ ਕਰੇ, ਉਹਦਾ ਗਿਆਨ ਹੋਣਾ ਚਾਹੀਦਾ ਹੈ। ਪਰਸਨਲ ਇੰਟਰਸਟ ਹੋਣਾ ਚਾਹੀਦਾ ਹੈ, ਬਾਇਸਨੈਸ ਪਾਰਸ਼ੀਅਲਿਟੀ ਨਹੀਂ ਕਰਨੀ ਚਾਹੀਦੀ, ਖੋਜ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਤੇ ਸਧਾਰਨ ਗੁਣ ਹੈਗਾ ਕਿ ਉਸ 'ਚ ਜਜ਼ਬਾ ਹੋਣਾ ਚਾਹੀਦਾ ਕਿ ਮੈਂ ਕੁਝ ਪਤਾ ਕਰਨਾ ਹੈ। ਕਲਪਨਾ ਸ਼ਕਤੀ ਵਧੀਆ ਹੋਣੀ ਚਾਹੀਦੀ ਹੈ, ਲਗਨ ਹੋਣੀ ਚਾਹੀਦੀ ਹੈ, ਵਿਚਾਰ ਸਪਸ਼ਟ ਹੋਣੇ ਚਾਹੀਦੇ ਹੈ, ਸਾਧਨ ਕਾਫੀ ਮਤਲਬ ਪੈਸਾ ਤੇ ਸਮਾਂ ਬਹੁਤ ਹੋਣਾ ਚਾਹੀਦਾ ਹੈ, ਤੇ ਸੈਲਫ ਕੰਟਰੋਲ ਹੋਣਾ ਚਾਹੀਦਾ ਹੈਗਾ, ਠੀਕ ਹੈ। ਤੇ ਸੰਗਠਨ ਨੂੰ ਸੰਭਾਲਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਅਗਰ ਅਸੀਂ ਐਡੀ ਵੱਡੀ ਰਿਸਰਚ ਕਰ ਰਹੇ ਹਾਂ ਤਾਂ ਉਸ ਨੂੰ ਕੰਟਰੋਲ ਕਰਨ ਲਈ ਵੀ ਜਿਹੜੀ ਹੈ ਸ਼ਕਤੀ ਹੋਣੀ ਚਾਹੀਦੀ ਹੈ। ਅਤੇ ਪਰਸਨੈਲਿਟੀ ਦੇਖਣ 'ਚ ਅੱਛੀ ਹੋਣੀ ਚਾਹੀਦੀ ਹੈ। ਜੇ ਕੋਈ ਮਤਲਬ ਕਿ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਸ ਦੀ ਪਰਸਨੈਲਿਟੀ ਅੱਛੀ ਨਹੀਂ ਉਸਨੂੰ ਕੋਈ ਆਨਸਰ ਹੀ ਨਹੀਂ ਦਿੰਦਾ ਹੈਗਾ, ਹੈ ਨਾ। ਤਾਂ ਪਰਸਨੈਲਿਟੀ ਇਨਰ ਆਊਟਰ ਬਹੁਤ ਜਿਹੜੀਆਂ ਹੈਗੀਆਂ ਨੇ ਉਹ ਕਰਦੀਆਂ ਨੇ, ਠੀਕ ਹੈ, ਇਸ 'ਚ ਵੈਲਿਊ ਕਰਦੀਆਂ ਨੇ। ਪ੍ਰਯੋਗਾਤਮਕ ਰਿਸਰਚ ਜਿਹੜੀ ਹੈਗੀ ਹੈ, ਐਕਸਪੈਰੀਮੈਂਟਲ ਰਿਸਰਚ, ਇਹ ਹੈਗੀ ਹੈ ਕਿ ਜਦੋਂ ਸਮਾਜ ਸ਼ਾਸਤਰ ਜਿਹੜਾ ਹੈ, ਸਮਾਜ ਸ਼ਾਸਤਰ ਦੀ ਪ੍ਰਯੋਗਸ਼ਾਲਾ, ਠੀਕ ਹੈ, ਜਿੱਥੇ ਐਕਸਪੈਰੀਮੈਂਟਸ ਹੁੰਦੇ ਨੇ। ਸਮਾਜ ਦੇ ਵਿੱਚ ਹੀ ਸਾਰੀਆਂ ਕਿਰਿਆਵਾਂ, ਸਾਰੇ ਹੀ ਸੰਬੰਧ ਬਣਦੇ ਨੇ। ਸੋ ਇਸ ਕਰਕੇ ਜਿਹੜਾ ਹੈ ਐਕਸਪੈਰੀਮੈਂਟਲ ਰਿਸਰਚ ਮਤਲਬ ਉਹ ਰਿਸਰਚ ਹੋਣੀ ਚਾਹੀਦੀ ਹੈ ਜਿਹੜੀ ਕਿ ਅਸੀਂ ਸੁਸਾਇਟੀ 'ਤੇ ਅਪਲਾਈ ਕਰ ਸਕੀਏ, ਐਕਸਪੈਰੀਮੈਂਟ ਕਰ ਸਕੀਏ, ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਹੈਗਾ ਰਿਸਰਚ ਹੋਣੀ ਚਾਹੀਦੀ ਹੈ। परिकल्पना की हैगा, 2 वर्ड्स तो बनया हाइपो प्लस थेसिस। हाइपो का मतलब है कल्पना, थीसिस का मतलब है कथन, ठीक है। जिहड़ा असी कल्पना करके कथन बनाने उसनों असी हाइपोथीसिस कहते हैं। उपकल्पना या फिर परिकल्पना की होंदी है, एक विचार होंदी है, एक कल्पना होंदी है। ਅਤੇ ਅਸੀਂ ਕੀ ਕਰਦੇ ਹਾਂ, ਆਪਣੀ ਜਿਹੜੀ ਵੀ ਰਿਸਰਚ ਕਰਨੀ ਹੈ ਉਸਦੇ ਗਿਆਨ ਦੀ ਪ੍ਰਾਪਤੀ ਲਈ ਅੰਦਰੋਂ ਦੀ ਅਸੀਂ ਬਹੁਤ ਪ੍ਰੇਰਿਤ ਹੁੰਦੇ ਹਾਂ। ਅਸੀਂ ਜਿਹੜੇ ਹੈਗੇ ਵਿਚਾਰ ਇੱਕ ਡਿਜ਼ਾਈਨ ਟਾਈਪ ਬਣਾ ਲੈਂਦੇ ਹੈਗੇ ਆ ਕਿ ਅਸੀਂ ਜਿਹੜੀ ਹੈ ਖੋਜ ਨੂੰ ਕਿੱਦੇ ਅੱਗੇ ਲੈ ਕੇ ਜਾਣਾ ਹੈ, ਤਾਂ ਉਹ ਸਾਡੇ ਹੋ ਗਏ ਹਾਈਪੋਥੇਸਿਸ, ਠੀਕ ਹੈ। ਅਸੀਂ ਇਸੇ ਹੀ ਜਿਹੜੇ ਅਸੀਂ ਵਿਚਾਰ ਬਣਾਏ ਨੇ, ਜਿਹੜੇ ਕੁਐਸਚਨਸ ਬਣਾਏ ਨੇ, ਅਸੀਂ ਉਹਨਾਂ ਦੇ ਹੀ ਆਨਸਰ ਜਿਹੜੇ ਨੇ ਲੱਭਣੇ ਹੁੰਦੇ ਨੇ, ਠੀਕ ਹੈ। ਸੋ ਇਹ ਹੁੰਦੀਆਂ ਨੇ ਪਰਿਕਲਪਨਾਵਾਂ। ਸੋ ਇਹ ਗਲਤ ਵੀ ਹੋ ਸਕਦੀਆਂ ਨੇ, ਪਰਿਕਲਪਨਾਵਾਂ ਸਾਡੀਆਂ ਬਣਾਈਆਂ ਸਹੀ ਵੀ ਹੋ ਸਕਦੀਆਂ ਨੇ। ਉਸ ਤੋਂ ਬਾਅਦ 'ਚ ਪਰਿਕਲਪਨਾ ਦਾ ਮਹੱਤਵ ਕੀ ਹੈ, ਉਪਕਲਪਨਾ ਦਾ, ਕਿ ਇਹ ਅਧਿਐਨ ਦੇ ਉਦੇਸ਼ ਨਾਲ ਬਣਾਈਆਂ ਜਾਂਦੀਆਂ। ਖੋਜ ਨੂੰ ਡੈਫੀਨਿਟਨੈਸ ਯਾਨੀ ਕਿ ਨਿਸ਼ਚਿਤਤਾ ਦਿੰਦੀਆਂ ਨੇ, ਇੱਕ ਰਸਤਾ ਦਿਖਾਉਂਦੀਆਂ ਨੇ, ਖੋਜੀ ਨੂੰ ਸਿਧਾਂਤ ਬਣਾਉਣ 'ਚ ਮਦਦ ਕਰਦੀਆਂ ਨੇ, ਸਾਨੂੰ ਭਟਕਣ ਨਹੀਂ ਦਿੰਦੀਆਂ, ਸਾਡਾ ਮਿਹਨਤ ਜਿਹੜੀ ਹੈ ਟਾਈਮ ਪੈਸਾ ਵੇਸਟ ਨਹੀਂ ਹੁੰਦਾ, ਨਤੀਜੇ ਰਿਜ਼ਲਟਸ ਬਣਾਉਣ ਦੇ ਵਿੱਚ ਮਦਦ ਕਰਦੀਆਂ ਨੇ। ਸੋ ਸਰੋਤ, परिकल्पना के स्रोत किहड़े-किहड़े ने? एक तो जिहड़ी हैगी है साडी भविख दीआं उपकल्पनावां नूं जन्म दिंदी है, एक साडी मार्गदर्शक है अते सानूं अनुभव बनाउण 'च बहुत मदद करती है, ठीक है। उस तो बाद है निरीक्षण। निरीक्षण मतलब ऑब्जरवेशन, ऑब्जर्व करना, ठीक है, किसी नूं देखना, बड़े ध्यान दे नाल उसदा सूखम निरीक्षण करना, उसदियां घटनावां, उसदियां हर एक चीज़ नूं जिहड़ा है परखना, उसनों असीं कहने हैं निरीक्षण, ठीक है। सो समाजिक खोज च निरीक्षण जिहड़ा है बहुत अहम भूमिका निभाउंदा है। लाइक अगर मैं किते स्टडी करन गई हाँ तो मैं उन्हां तो क्वेश्चन पुछ रही हैगी, इंटरव्यू लै रही हैगी, तो कुछ क्वेश्चनों के आंसर वो नहीं दिंदे, तो मैं उन्हां दीआं अखां दे विच, उन्हां दी बॉडी लैंगुएज तो देख के ऑब्जर्व करके जिहड़ा हैगा उन्हां दी जिहड़ी हैगी अपना क्वेश्चन का आंसर जिहड़ा है फाइंड कर सकदी हां, ठीक है। सो इनू ऑब्जरवेशन कहते हैं। निरीक्षण के प्रकार की होंगे ने? पार्टिसिपेंट ऑब्जरवेशन, नॉन पार्टिसिपेंट ऑब्जरवेशन, क्वासी पार्टिसिपेंट, कंट्रोल्ड एंड अनकंट्रोल्ड ऑब्जरवेशन। सो सहभागी यानी कि पार्टिसिपेंट ऑब्जरवेशन किहड़ी हुंदी है? जदों असी पार्टिसिपेट होकर रहने हैं, ठीक है। लाइक एक मैं कबीले च जाना है, कबीले की स्टडी करनी है, तो उतों पहला मैं एक फ्रेंड बनाऊँगी, ठीक है, उसदे नाल गलबात करांगी, ठीक है, उसनूं थोड़ा बहुता दसांगी कि मैं इत्थे इस रीजन करके आई हाँ, पूरा नहीं दसना, थोड़ा बहुत, ठीक है। सो मैं एक खोजी दे हैसियत तो उत्थे नहीं रहूँगी, मैं एक फ्रेंड बन के उत्थे रहूँगी, हर एक चीज़ च इंजॉय करूँगी, खाऊँगी पीऊँगी, ठीक है। उन्हां दे नाल आपां हरेक दिनचर्या करांगे, ठीक है। उस तो बाद जिहड़ा है नाल ही नाल मैनू जो है जो भी टाइम मिलेगा तो मैं उस दे रिगार्डिंग अपनी रिसर्च का जो भी टॉपिक है, लाइक ट्राइबल कम्यूनिटी, कबीले समाज के उत्ते लिख रही हैं, तो मैं जिहड़ा है उसनूं राइट डाउन पेन डाउन करूँगी, ठीक है। सो यह है पार्टिसिपेंट, मतलब कि मैनू जो भी लगता है कि मैनू इस चीज़ बारे समग्री चाहिए, मैं होरां दे नाल गल करांगी, तो क्योंकि मैं उन्हां दी फैमिलीयर हाँ, मैनू चंगी तरह जानते हैं, तो क्वेश्चन के आंसर भी वो बड़े आराम नाल समूथली देणगे, क्योंकि वो मैनू अजनबी नहीं समझणगे अते कुछ वधा चढ़ा के भी नहीं कहणगे, ठीक है। सो इदां जिहड़ा है पार्टिसिपेंट ऑब्जरवेशन हुंदी है।
असहभागी निरीक्षण असहभागी निरीक्षण का मतलब ये होंगे भी मैं जोड़ा है ਉਹਦੇ ਅੰਦਰ ਜਾ ਕੇ ਜਿਹੜੀ ਹੈਗੀ ਕਬੀਲੇ ਦੇ ਅੰਦਰ ਸਟੱਡੀ ਨਹੀਂ ਕਰੂੰਗੀ ਤੇ ਮੈਂ ਜਿਹੜੀ ਹੈਗੀ ਆ ਅਲੱਗ ਹੋ ਕੇ ਨਿਰੀਖਣ ਕਰਾਂਗੀ। ਠੀਕ ਹੈ, ਸੋ ਸਮੂਹ ਦਾ ਅੰਗ ਨਹੀਂ ਬਣੂਗੀ ਅਤੇ ਫਿਰ ਜਿਹੜਾ ਹੈ ਮੈਂ ਉਹਨਾਂ ਤੋਂ ਜਿਹੜਾ ਹੈਗਾ ਕਿਉਂਕਿ ਮੈਨੂੰ ਅਸਲੀਅਤ ਨਹੀਂ ਪਤਾ ਲੱਗੇਗੀ ਹੈ ਨਾ, ਸੋ ਤਾਂ ਕਰਕੇ ਜਿਹੜਾ ਹੈ ਮੈਂ ਦੂਰੋਂ ਜੀ ਉਹਨਾਂ ਦੀ ਚੋਰੀ ਛੁਪੇ ਜਿਹੜਾ ਹੈਗਾ ਉਹਨਾਂ ਨੂੰ ਦੇਖਾਂਗੀ। ਕੁਆਸੀ ਪਾਰਟਿਸਪੇਸ਼ਨ ਕੀ ਹੈ, ਕਦੇ ਕਦੇ ਥੋੜਾ ਬਹੁਤ ਮੈਂ ਉਹਨਾਂ ਦੇ ਵਿੱਚ ਰਹਿ ਕੇ ਜਿਹੜਾ ਹੈ ਆਬਜ਼ਰਵ ਕਰਾਂਗੀ, ਪਾਰਟਿਸਪੇਸ਼ਨ ਕਰਾਂਗੀ। ठीक है, कदे जिहड़ा उन्हां तो विचकार हो के कदे उन्हां तो अलग हो के जिहड़ा है मैं स्टडी करांगी। अनकंट्रोल्ड दे विच की हुंदा है अनियंत्रित, जिहदे विच किसी भी निरीक्षण की घटना के खोजी का निरीक्षण जिहड़ा है नहीं रहिंदा हैगा, ओह सिर्फ और सिर्फ की हैगा अनकंट्रोल का मतलब किसी भी तरह का कंट्रोल नहीं हैगा, जो क्वेश्चन का आंसर आ रहा लिखी जाता है तो बाद इसनूं सॉर्ट आउट कर लैंदा है। ठीक है, सो ये जोड़ा है समाजिक घटनावां बारे तो ज्ञान दिंदा ही है, बाकी होर भी काफ़ी सारा डाटा जोड़ा है इकट्ठा कर लिया क्योंकि कंट्रोल किसी चीज़ का नहीं होंदा, ना टाइम का ना होर किसी चीज़ का। कंट्रोल दे विच ये है कि असी जोड़ा है टू द पॉइंट ही जिहड़ी चीज़ घटना घटित हुई है उसके बारे ही जोड़ा है ज्ञान हासिल करांगे, अदरवाइज दूजा ज्ञान नहीं हासिल करांगे अते उसे ते ही कंट्रोल रखांगे। लाइक एक्सीडेंट हुए ने, ठीक है, मैं जोड़ा है टू व्हीलर एक्सीडेंट देख रही हाँ, ठीक है, तो मैं जोड़ा हैगा कंट्रोल्ड कर रही हाँ, तो मैं सिर्फ जोड़ा है उस चीज़ उत्ते फोकस करांगी। लेकिन अगर मेरी स्टडी अनकंट्रोल्ड है तो मैं उहदे विच भी किन्ने सारे टोटल एक्सीडेंट होए ने, साइकिल वाले किन्नियां दी डैथ हुई, ठीक है, मोटरसाइकिल वालियां दी, कार वालियां दी, किद्दां मतलब सारी तरह की, तो वो अनकंट्रोल्ड होंदी है। होर भी डाटा जोड़ा है कलैक्ट हो जाता है। निरीक्षण दे विच मुश्किलां की होंदियां हैगियां ने कि असी बहुत कुछ जिहड़ा है अखां राहीं नहीं नोटिस कर सकते, बनावटीपन आ जाता है, जदों असी उन्हां नूं ऑब्जर्व करदे तो उन्हां नूं पता लग जाता हैगा, है ना। तो इस तरह जिहड़ा है वो साडे नाल जिहड़ा है उस तरह बिहेव करनगे ते वो समझणगे कि यह जिहड़ा है ये साडे नूं ऑब्जर्व करना हैगा, सो तां करके वधा चढ़ा के वो चीज़ां नूं दस्सणगे। सो गलतियां जिहड़ियां हैगियां इहदे विच हो सकदियां ने क्योंकि निरीक्षण दे विच गलती हो सकती है। इंटरव्यू का मतलब है जो आमो सामने दो या तीन व्यक्ति जोड़े है इंटरव्यू करते हैं, इंटरव्यू आप देन जाते हैं है ना, सेम टू सेम उमें तो वार्तालाप विचार वटांदरा होंगे किसी खास उद्देश लिए किया जाता है। तो सोशल रिसर्च के विच इंटरव्यू का मतलब है कि कोई खास समाजिक उद्देश के लिए इंटरव्यू की जाती है, इसका जोड़ा है खुले तौर पर सुतंत्र सही वातावरण होंदा है, दिल खोल के जोड़ा है इंटरव्यू देने वाला इंटरव्यू दिंदा है, इंटरव्यू लैण वाला दिल खोल के जी है इंटरव्यू लैंदा है। इंटरव्यू के उद्देश की होंगे ने कि सूचना प्राप्त करनी, ठीक है, खुद जाके जी हैगी है प्रतिक्रिया नोट करना, खुद जानना। सो इसलिए जोड़ा है समाजिक खोज वधिया तरीके नाल हो सकती है इंटरव्यू, बिकॉज असी खुद जाके जी है इंटरव्यू लैंदे। प्रश्नावली, प्रश्नावली का मतलब की होंगे, प्रश्नावली मतलब क्वेश्चनों का समूह, ठीक है, ये भी इंपॉर्टेंट क्वेश्चन है। सो नियंत्रित प्रश्नावली जिहदे विच नियंत्रित क्वेश्चन होंगे ने, घट प्रश्न होंगे ने अते सावधानी सानू यूज़ करनी चाहिए इसनूं बनाउण लई। तो अनियंत्रित होंगे ने कि ये बहुत सारे प्रश्न होंगे ने, क्लोज्ड भी होंगे ने, ओपन भी क्वेश्चन होंगे हैं। चंगी प्रश्नावली के गुण होंगे हैं कि घट खर्चीली होंगी है, लैंगुएज अच्छी होनी चाहिए हैगी है, सूचना काफ़ी जल्दी मिलनी चाहिए है, लैंगुएज काफ़ी ईजी यूज़ करनी चाहिए है, अते खुले खेतर दे विच यह जिहड़ी हैगी है सर्वेखण किया जा सकता है। काफ़ी सारा ब्रॉड एरिया के क्वेश्चनियर, क्योंकि क्वेश्चनियर के आप काफ़ी सारे रिस्पोंडेंट्स को मेल कर दें, वट्सएप कर दें, ठीक है, डाक कर दें, सो बहुत सारा डाटा अपन कलैक्ट हो जाता है। सैंपलिंग की होंगे, सैंपलिंग का मतलब है कि कोई भी बड़े सारे यूनीवर्स तो बड़े सारी सोसाइटी चो थोड़ा जिहा सैंपल चुकना अपनी स्टडी के रिगार्डिंग, उसनों असी सैंपलिंग कहने हैं। सो सैंपल प्रणाली के की गुण होंगे कि असी जिहड़ा है बड़े सारे समूह चों एक अंश लै लैने, एक पार्ट लै लैने, ठीक है, आ वड्डा समूह ये छोटा जिहा पार्ट लै लिया, ये वड्डी सारी सोसाइटी है, अपना सैंपल इत्थों चक लिया, ठीक है। तो ये जिहड़े सैंपल है जिस समूह तो ले जाते हैं उसनों की कहने आपां यूनीवर्स, तो आ अपना यूनीवर्स तो ये आप छोटा जिहा जिहड़ा अंश चक्या दैट इज़ सैंपल। तो इस तरह इसका अर्थ है कि जदों असी इकाइयां जो बहुत ज़्यादा इकाइयां होण, बिकॉज समाज बहुत वड्डा है तो इकाइयां बहुत ज़्यादा ने, सो असी सारियां दी स्टडी नहीं कर सकते, तो असी कुछ क पार्ट जिहड़े सानूं स्टडी के अकॉर्डिंग लगता है कि इत्थे साडी स्टडी हो जाएगी, असी वो चुकते हैं, तो उसनूं असी सैंपल कहते हैं। सैंपल लई लॉटरी मैथड, टिप्पट मैथड, रैंडम सैंपलिंग, कोटा मैथड, किन्ने सारे मैथड जिहड़े ने यूज़ होंदे हैं। सैंपल प्रणाली के गुण, एक तो सैंपल दे विच की हुंदा साडा टाइम मनी सेविंग हुंदा, क्योंकि वड्डे सारे भटकन की थां ते यूनीवर्स च आपां थोड़े जे एरिया के उत्ते अपनी स्टडी अच्छी तरीके नाल कर लैंदे आ।
ਅਤੇ ਡੂੰਘਾ ਅਧਿਐਨ ਕਰ ਸਕਦੇ ਹਾਂ, ਨਤੀਜੇ ਕਾफ़ी ਹੱਦ ਤੱਕ ਸਹੀ ਹੁੰਦੇ ਆ ਬਿਕੋਜ਼ ਅਸੀਂ ਥੋੜ੍ਹਾ ਜਿਹਾ ਚੀਜ਼ ਹੈ ਨਾ, ਥੋੜ੍ਹਾ ਕੰਮ ਕਰਦੇ ਹਾਂ ਤਾਂ ਅੱਛਾ ਕਰਦੇ ਹਾਂ ਨਾ, ਜ਼ਿਆਦਾ ਕੰਮ ਕਰਾਂਗੇ ਤਾਂ ਸਾਰੇ ਕੰਮ ਲਟਕ ਜਾਂਦੇ ਆ। ਤਾਂ ਉਹੀ ਸੀਨ ਇੱਥੇ ਹੈ। ਇਕਾਈਆਂ ਦੀ ਸੰਖਿਆ, ਅੰਸ਼ ਦੀ ਸੰਖਿਆ ਜਿਹੜੀ ਹੈ ਸੈਂਪਲ ਦੀ ਉਹ ਘੱਟ ਹੁੰਦੀ ਹੈ, ਤਾਂ ਆਪਾਂ ਨੂੰ ਜਿਹੜਾ ਹੈ ਈਜ਼ੀ ਮੇਨਟੇਨ ਕਰ ਸਕਦੇ ਹਾਂ ਅਤੇ ਨਾਲ ਹੀ ਇਹ ਬਹੁਤ ਈਜ਼ੀ ਰਹਿੰਦਾ ਹੈਗਾ। ਸੋ ਸੈਂਪਲ ਪ੍ਰਣਾਲੀ ਦੇ ਦੋਸ਼ ਕੀ ਇਹ ਹੋ ਜਾਂਦਾ ਹੈ ਕਿ ਸੈਂਪਲ ਚੁਣਨ ਲੱਗੇ ਕਈ ਵਾਰ ਗਲਤੀ ਹੋ ਜਾਂਦੀ ਹੈ, ਸਾਨੂੰ ਕੁਝ ਹੋਰ ਚਾਹੀਦਾ ਹੁੰਦਾ ਹੈ ਅਤੇ ਉਸ ਸਟੱਡੀ ਦੇ ਅਕੋਰਡਿੰਗ ਨਹੀਂ ਹੁੰਦਾ। ਕਈ ਵਾਰ ਕੀ ਹੁੰਦਾ ਹੈ ਕਿ ਖੋਜ ਦਾ ਵਿਸ਼ਾ ਜਦੋਂ ਬਹੁਤ ਜਟਿਲ ਹੁੰਦਾ ਹੈ, ਲਾਈਕ ਮੈਂ ਰੇਪ ਕੇਸਿਸ ਦੇ ਉੱਤੇ ਸਟੱਡੀ ਕਰ ਰਹੀ ਹਾਂ, ਦੈਨ ਮੈਨੂੰ ਰੇਪ ਕੇਸ ਵਾਲੀਆਂ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਕੇ ਇੰਟਰਵਿਊਜ਼ ਨਹੀਂ ਦੇਣਗੀਆਂ ਹੈ ਨਾ। ਅਗਰ ਮੈਂ ਪਤਾ ਵੀ ਕਰਾਂਗੀ ਉਹ ਕਹਿਣਗੇ ਸਾਡੇ ਨਾਲ ਤਾਂ ਐਸਾ ਕੋਈ ਸੀਨ ਹੀ ਨਹੀਂ ਹੋਇਆ। ਸੋ ਐਵੇਂ ਦਾ ਡਾਟਾ ਇਕੱਠਾ ਕਰਨਾ ਜਿਹੜਾ ਹੁੰਦਾ ਬਹੁਤ ਡਿਫੀਕਲਟ ਹੋ ਜਾਂਦਾ। ਤਾਂ ਐਵੇਂ ਦੇ ਸੈਂਪਲ ਜਿਹੜੇ ਹੈ ਕਾਫੀ ਡਿਫੀਕਲਟ ਵਿਸ਼ੇ ਦੇ ਨਾਲ, ਤਾਂ ਉਹਨਾਂ ਦਾ ਸੈਂਪਲ ਮਿਲਣਾ ਬਹੁਤ ਔਖਾ ਹੋ ਜਾਂਦਾ ਹੈ। ਠੀਕ ਹੈ, ਸੋ ਇਸ ਨਾਲ ਕੀ ਹੁੰਦਾ ਬਾਇਸਨੈਸ, ਤਾਂ ਮੈਂ ਸੈਂਪਲ ਕਈ ਵਾਰ ਇਹ ਹੁੰਦਾ ਕਿ ਮੈਂ ਆਪਣੀ ਹੀ ਮਰਜ਼ੀ ਦਾ ਸੈਂਪਲ ਚੁਣਾਂਗੀ ਜਿੱਥੇ ਮੈਨੂੰ ਈਜ਼ੀਲੀ ਫਟਾਫਟ ਸਟੱਡੀ ਹੋ ਜੂਗੀ ਜਾਂ ਜਿੱਥੇ ਮੈਨੂੰ ਲੋਕ ਜਾਣਦੇ ਆ। ਇਹਦੇ ਨਾਲ ਬਾਇਸਨੈਸ ਵੀ ਆ ਜਾਏਗੀ ਹੈ ਨਾ, ਪੱਖਪਾਤ ਵੀ ਆ ਜਾਏਗਾ। ਸੋ ਸੈਂਪਲ ਦੇ ਵਿੱਚ ਇਹ ਸਮੱਸਿਆਵਾਂ ਆ ਜਾਂਦੀਆਂ ਨੇ। ਸੋ ਰੈਂਡਮ ਸੈਂਪਲਿੰਗ ਕੀ ਹੁੰਦੀ ਹੈ, ਜਦੋਂ ਮੈਂ ਲਾਈਕ ਰੈਂਡਮ ਸੈਂਪਲਿੰਗ ਦਾ ਮਤਲਬ ਹੁੰਦਾ ਇਹ ਮੇਰਾ ਯੂਨੀਵਰਸ ਹੈ, ਠੀਕ ਹੈ, ਇਹ ਏਰੀਆ ਮੇਰੇ ਸਾਹਮਣੇ ਆਪਸ਼ਨਸ ਇਹਦੀਆਂ ਨੇ, ਤਾਂ ਮੈਂ ਕੀ ਕਰਾਂਗੀ ਲਾਈਕ ਹੋਸਟਲ ਦੇ ਉੱਤੇ ਕੋਈ ਸਟੱਡੀ ਕਰਨੀ ਹੈ ਤਾਂ ਹੋਸਟਲ ਵਿੱਚ ਮੈਂ ਮੁੰਡੇ ਜਾਂ ਕੁੜੀ ਦੋਨਾਂ ਚੋਂ ਇੱਕ ਚੁਣੂੰਗੀ, ਮੁੰਡੇ ਜਾਂ ਕੁੜੀਆਂ। ਤਾਂ ਹੋ ਸਕਦਾ ਹੈ 400 ਵਿਦਿਆਰਥੀਆਂ ਦੇ ਵਿੱਚੋਂ 2000 ਲੜਕੀਆਂ ਹੋਣ, ਵੈਸੇ ਲੜਕੀਆਂ ਬਹੁਤ ਘੱਟ ਨੇ ਹੈ ਨਾ, ਤਾਂ ਲੜਕੀਆਂ ਹੋਣ 2000 ਲੜਕੇ ਹੋਣ, ਤਾਂ ਹੋ ਸਕਦਾ ਹੈਗਾ ਕਿ ਮੈਂ ਲੜਕੇ ਚੁਣਾ। ਤਾਂ ਐਦਾਂ ਜਿਹੜਾ ਹੈ ਰੈਂਡਮ ਸੈਂਪਲਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਮੈਂ 4000 ਚੋਂ 200 ਵਿਦਿਆਰਥੀ ਮੁੰਡੇ ਚੁਣਾ, ਜਾਂ ਉਹੀ ਚੁਣਾ ਜਿਹੜੇ ਪਿੰਡ ਦੇ ਨੇ, ਜਾਂ ਫਿਰ ਉਹੀ ਚੁਣਾ ਜਿਹੜੇ ਸ਼ਹਿਰ ਦੇ। ਤਾਂ ਮਤਲਬ ਉਸਨੂੰ ਕੀ ਕਹਿੰਦੇ ਰੈਂਡਮ ਸੈਂਪਲਿੰਗ। ਤਾਂ ਮਤਲਬ ਕਿ ਲਾਈਕ ਐਦਾਂ ਵੀ ਹੋ ਸਕਦਾ ਹੈ ਕਿ ਅਗਰ ਮੈਂ ਲਾਈਕ 100 ਸਟੂਡੈਂਟਸ ਚੁੱਕਣੇ ਨੇ, ਠੀਕ ਹੈ, 9th to 12th ਦੇ, ਤਾਂ ਮੈਂ ਕੀ ਕਰਾਂਗੀ 100 ਜਾਂ 200 ਜਿੱਦਾਂ ਵੀ ਹੈ, ਤਾਂ 9ਵੀਂ ਦੇ 4 ਚੁਣ ਲਾਂਗੀ, 2 ਮੁੰਡੇ ਕੁੜੀ, 10ਵੀਂ ਦੇ 4 ਮੁੰਡਾ ਕੁੜੀ 2 ਹੈ ਨਾ, 11ਵੀਂ ਦੇ 12ਵੀਂ ਦੇ 4 ਸੋ ਐਦਾਂ ਜਿਹੜਾ ਹੈ ਮੈਂ 16 ਹੋ ਗਏ ਹੈ ਨਾ। ਤਾਂ 16 ਤਾਂ ਮੈਂ 6 ਸਕੂਲਸ ਦੇ ਚੁਣ ਲਾਂਗੀ, ਤਾਂ ਇੱਥੇ 96 ਸਟੂਡੈਂਟਸ ਮੇਰੇ ਹੋ ਜਾਣਗੇ। ਤਾਂ ਐਦਾਂ ਜਿਹੜਾ ਹੈ ਮੈਂ ਰੈਂਡਮ ਦਾ ਮਤਲਬ ਮੈਂ ਵਿੱਚੋਂ ਦੀ ਆਪਣੀ ਚੋਣ ਆਪਣੇ ਅਕੋਰਡਿੰਗ ਕਰ ਲਾਂਗੀ। ਲੋਟਰੀ ਦਾ ਮਤਲਬ ਕੀ ਹੁੰਦਾ ਹੈ, ਚਾਹੇ ਤਾਂ ਨੰਬਰ ਕਾਗਜ਼ 'ਤੇ ਲਿਖ ਕੇ ਚਿੱਟਾਂ 'ਤੇ ਚੌਰਸ ਟੁਕੜਿਆਂ 'ਤੇ, ਤਾਂ ਕਿਸੇ ਬਰਤਨ ਝੋਲੀ 'ਚ ਪਾ ਕੇ ਜਿੱਥੇ ਤੁਸੀਂ ਕੱਢੋਗੇ। ਲਾਈਕ ਮੈਂ ਪੂਰੇ ਪੰਜਾਬ 'ਚੋਂ ਸਾਰੇ ਏਰੀਆਜ਼ ਦੀ ਜਿਹੜੀ ਹੈਗੀ ਹੈ ਲੋਟਰੀਆਂ ਦੇ ਨਾਮ ਜਿਹੜੇ ਹੈ ਸਾਰੇ ਏਰੀਆ ਦੇ ਲਿਖਦੇ, ਅਤੇ ਮੈਂ ਜਿਹੜੀ ਵੀ ਪਰਚੀ ਚੱਕਾਂਗੀ ਉੱਥੇ ਹੀ ਮੈਂ ਸਟੱਡੀ ਕਰਾਂਗੀ। ਸੋ ਇਹ ਹੋ ਗਿਆ ਲੋਟਰੀ ਮੈਥਡ, ਠੀਕ ਹੈ। ਅਤੇ ਸਟੈਟੀਫਾਈਡ ਸੈਂਪਲਿੰਗ ਕਿਹੜਾ ਹੋ ਗਿਆ, ਜਦੋਂ ਡਾਟਾ ਜਿਹੜਾ ਹੈਗਾ, ਠੀਕ ਹੈ, ਇਕਾਈਆਂ ਜਿਹੜੀਆਂ ਨੇ ਉਹ ਸੰਖਿਆ ਨਿਸ਼ਚਿਤ ਕਰਨ ਲਈ ਜਦੋਂ ਮੈਂ ਸਟੈਟੀਫਾਈਡ ਹੁੰਦਾ ਲੇਅਰ, ਸਟੈਟੀਫਿਕੇਸ਼ਨ ਦਾ ਮਤਲਬ ਹੁੰਦਾ ਲੇਅਰਡ। ਤਾਂ ਜਦੋਂ ਜਿਹੜਾ ਹੈਗਾ ਮੈਂ ਹਰੇਕ ਵਰਗ ਦੀ ਹਰੇਕ ਇਕਾਈ ਲਵਾਂਗੀ, ਠੀਕ ਹੈ। ਤਾਂ ਲਾਈਕ ਹਰੇਕ ਪਿੰਡ ਦੇ ਵਿੱਚੋਂ ਮੈਂ 2 ਲੜਕੀਆਂ ਲਈਆਂ, 2 ਲੜਕੇ ਲਏ 18 ਸਾਲ ਦੇ, ਠੀਕ ਹੈ, ਬੱਚੇ ਵੀ ਲਏ, ਬਜ਼ੁਰਗ 2 ਵੀ ਹੈ ਨਾ, ਫਿਰ ਉਸ ਤੋਂ ਬਾਅਦ ਛੋਟੇ ਬੱਚੇ ਵੀ ਲਏ, ਮਤਲਬ ਸਾਰੇ ਤਰ੍ਹਾਂ ਦੇ ਡਾਟੇ ਜਿਹੜੇ ਹੈ, ਕਿਉਂਕਿ ਡਾਟਾ ਜਿਹੜਾ ਹੈ ਪੂਰਾ ਸੈਂਪਲ ਜਿਹੜਾ ਹੈ ਈਕੁਅਲ ਨਹੀਂ ਹੈ, ਤਾਂ ਮੈਂ ਆਪਣੀ ਮਨਮਰਜ਼ੀ ਦੇ ਨਾਲ ਚੁਣ ਲਾਂਗੀ। ਕੋਟਾ ਸੈਂਪਲਿੰਗ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਡਿਸਾਈਡ ਕਰ ਲਿਆ ਜਾਂਦਾ ਹੈ ਕਿ ਕਿਸ ਤੋਂ ਸੈਂਪਲ ਲੈਣਾ ਹੈ। ਲਾਈਕ 5000 ਪਰਿਵਾਰਾਂ ਦੇ ਸੈਂਪਲ ਨੇ, ਕਿਸ ਘਰ ਤੋਂ ਸੈਂਪਲ ਲੈਣਾ ਹੈ ਇਹ ਪਹਿਲਾਂ ਹੀ ਨਿਸ਼ਚੈ ਕਰ ਲਿਆ ਜਾਂਦਾ ਹੈ ਕਿ ਹਰ ਪਰਿਵਾਰ ਤੋਂ ਜਿਹੜਾ ਹੈ ਇੱਕ ਮੈਂਬਰ ਲੈਣਾ ਹੈ। 5000 ਦੇ ਵਿੱਚੋਂ ਹਰੇਕ ਪਰਿਵਾਰ 'ਚ ਇੱਕ ਮੈਂਬਰ ਲਿਆ, ਮਤਲਬ 5000। ਤਾਂ ਇਹਨੂੰ ਹੋ ਗਿਆ ਕੋਟਾ, ਮਤਲਬ ਪੂਰਾ ਹੀ ਕੋਟਾ, ਇੱਕ ਪਿੰਡ ਦਾ ਪੂਰਾ ਹੀ ਕੋਟਾ ਚੱਕ ਲਿਆ, ਇੱਕ ਸ਼ਹਿਰ ਦਾ ਪੂਰਾ ਹੀ ਕੋਟਾ। ਸ਼ਹਿਰ ਦਾ ਤਾਂ ਬਹੁਤ ਡਿਫੀਕਲਟ ਹੈ। ਸੋ ਇੱਕ ਪਿੰਡ 'ਚ ਅਗਰ 5000 ਘਰ ਹੈ ਤਾਂ 5000 ਦੇ ਵਿੱਚੋਂ ਹੀ ਜਿਹੜਾ ਹੈ ਇੱਕ ਸੈਂਪਲ ਹਰੇਕ ਜਿਹੜਾ ਹੈ ਪਰਸਨ ਚੁਣ ਲਿਆ। ਕਲਾਸੀਫਿਕੇਸ਼ਨ ਐਂਡ ਟੈਬੂਲੇਸ਼ਨ। ਸੋ ਟੈਬੂਲੇਸ਼ਨ ਕੀ ਹੁੰਦਾ, ਵਰਗੀਕਰਨ, ਸਾਰਣੀਕਰਨ ਕਰਨਾ। ਸੋ ਵਰਗੀਕਰਨ ਜਿਹੜਾ ਹੈ ਤੱਥਾਂ ਨੂੰ ਉਹਨਾਂ ਦੀ ਸਮਾਨਤਾ ਦੇ ਅਕੋਰਡਿੰਗ ਵਰਗਾਂ ਦੇ ਵਿੱਚ ਜਿਹੜਾ ਹੈ ਜਦੋਂ ਡਿਵਾਈਡ ਕਰ ਦਿੱਤਾ, ਟੇਬਲ ਫਾਰਮ ਦੇ ਵਿੱਚ ਉਹਨੂੰ ਡਿਵਾਈਡ ਕਰ ਦਿੱਤਾ ਜਾਂਦਾ, ਕਨਵਰਟ ਕਰ ਦਿੱਤਾ ਜਾਂਦਾ, ਉਸਨੂੰ ਕਹਿੰਦੇ ਨੇ ਵਰਗੀਕਰਨ। ਦੇ ਉਦੇਸ਼ ਇਹ ਹੁੰਦੇ ਕਿ ਜਿਹੜਾ ਵੀ ਡਾਟਾ ਸਾਡਾ ਬਿਖਰਿਆ ਹੋਇਆ, ਠੀਕ ਹੈ, ਸਾਡੇ ਤੋਂ ਨਹੀਂ ਸਮਝਿਆ ਜਾ ਰਿਹਾ, ਸੰਭਾਲਿਆ ਜਾ ਰਿਹਾ, ਤਾਂ ਉਸਨੂੰ ਜਿਹੜਾ ਹੈ ਅਸੀਂ ਟੇਬਲ ਫਾਰਮ 'ਚ ਦੇ ਦਿੰਦੇ ਹਾਂ, ਪਰਸੈਂਟੇਜ 'ਚ ਦੇ ਦਿੰਦੇ ਹਾਂ ਹੈ ਨਾ, ਗ੍ਰੇਡਾਂ ਦੇ ਵਿੱਚ ਕੋਡ ਦੇ ਕੇ ਗ੍ਰੇਡਾਂ 'ਚ ਦੇ ਦਿੰਦੇ ਹਾਂ। ਸੋ ਅਸੀਂ ਇਹਦੇ ਨਾਲ ਸਮਾਨਤਾ ਅਸਮਾਨਤਾ ਸਪਸ਼ਟ ਹੋ ਜਾਂਦੀ ਹੈ, ਤੁਲਨਾਤਮਕ ਕੰਪੈਰੀਜ਼ਨ ਅਧਿਐਨ ਹੋ ਜਾਂਦਾ ਹੈ, ਦਿਮਾਗ 'ਤੇ ਜ਼ਿਆਦਾ ਸਟ੍ਰੈਸ ਪਾਉਣ ਦੀ ਲੋੜ ਨਹੀਂ ਪੈਂਦੀ, ਅਤੇ ਸੂਚਨਾ ਸਾਨੂੰ ਆਸਾਨੀ ਨਾਲ ਯਾਦ ਹੁੰਦੀ ਹੈ ਕਿ ਕਿੰਨੇ % ਸਾਡੇ ਮੇਲ ਹੈ, ਕਿੰਨੇ % ਫੀਮੇਲ ਹੈ, ਕਿੰਨੇ % ਮੈਰਿਡ, ਕਿੰਨੇ % ਅਨਮੈਰਿਡ, ਠੀਕ ਹੈ, ਕਿੰਨੇ % ਬਜ਼ੁਰਗ, ਕਿੰਨੇ % ਚਿਲਡਰਨ। ਤਾਂ ਇੱਦਾਂ ਸਾਨੂੰ ਜਿਹੜਾ ਹੈ ਟੇਬਲ ਦੇ ਵਿੱਚ ਆਰਾਮ ਨਾਲ ਪਤਾ ਲੱਗ ਜਾਂਦਾ ਹੈ। ਟੈਬੂਲੇਸ਼ਨ, ਠੀਕ ਹੈ,
ਟੈਬੂਲੇਸ਼ਨ यानी कि ਸਾਰਨੀਕਰਨ ਆਪਾਂ ਇੱਥੇ ਪੜਿਆ ਸੀ ਵਰਗੀਕਰਨ ਕਰਨਾ ਠੀਕ ਹੈ। ਸੋ ਸਾਰਨੀਕਰਨ ਕਰਨਾ ਦਾ ਮਤਲਬ ਕੀ ਹੁੰਦਾ ਕਿ ਜਦੋਂ ਕਾਲਮਸ ਅਤੇ ਰੋਜ਼ ਦੇ ਵਿੱਚ ਅਸੀਂ ਇਸ ਨੂੰ ਲਿਖਦੇ ਹਾਂ ਤਦ ਉਸ ਨੂੰ ਅਸੀਂ ਸਾਰਨੀਕਰਨ ਕਹਿੰਦੇ ਹਾਂ। ਸਾਰਨੀਆਂ ਬਣਾਉਣ ਦਾ ਇਹ ਉਦੇਸ਼ ਹੁੰਦਾ ਹੈ ਕਿ ਅਸੀਂ ਨਿਸ਼ਚਿਤ ਤੌਰ ਦੇ ਉੱਤੇ ਪੂਰਾ ਡਾਟਾ ਸਾਨੂੰ ਫਟਾਫਟ ਮਿਲ ਜੇ, ਇੱਕ ਹੀ ਨਜ਼ਰ ਦੇ ਨਾਲ ਦੇਖ ਸਕੀਏ, ਘੱਟ ਸਪੇਸ ਦੇ ਵਿੱਚ ਜਿਹੜਾ ਹੈਗਾ ਡਾਟਾ ਚੱਲੇ, ਸਿਰਫ ਸੰਖਿਆਵਾਂ ਲਿਖਣੀਆਂ ਪੈਣ, ਕੰਪੈਰੀਜ਼ਨ ਅਸੀਂ ਕਰ ਸਕੀਏ। ਐਡੀਟਿੰਗ ਅਤੇ ਕੋਡਿੰਗ ਸੰਪਾਦਨ। ਐਡੀਟਿੰਗ ਦਾ ਮਤਲਬ ਕੀ ਹੁੰਦਾ, ਸਾਡੇ ਕੋਲੇ ਜਦੋਂ ਇੰਨਾ ਸਾਰਾ ਡਾਟਾ ਲਾਈਕ 200 ਲੋਕਾਂ ਦਾ ਡਾਟਾ ਇਕੱਠਾ ਕੀਤਾ ਅਸੀਂ ਕਿਸੇ ਸਮਾਜਿਕ ਖੋਜ ਲਈ, ਤਾਂ ਉਹ ਜਿਹੜਾ ਹੈ ਸਾਡੇ ਲਈ ਇੱਕ ਤਰ੍ਹਾਂ ਰੱਦੀ ਦਾ ਢੇਰ ਹੈਗਾ। ਜਦੋਂ ਤੱਕ ਅਸੀਂ ਆਪਣਾ ਡਾਟਾ ਉਹਦੇ ਵਿੱਚੋਂ ਕੱਢਦੇ ਨਹੀਂ ਤਾਂ ਮਤਲਬ ਮੇਲਸ ਕਿੰਨੇ ਫੀਮੇਲਸ ਕਿੰਨੇ ਹੈ ਨਾ ਇੱਦਾਂ। ਅਤੇ ਨਾਲ ਹੀ ਜਿਹੜਾ ਅਸੀਂ ਇਹਨੂੰ ਕੋਡਿੰਗ ਕਰਾਂਗੇ, ਡੀਕੋਡਿੰਗ ਕਰਾਂਗੇ, ਐਡੀਟਿੰਗ ਕਰਾਂਗੇ ਕਿ ਕਿਹੜਾ ਡਾਟਾ ਸਾਨੂੰ ਇਹਦੇ ਵਿੱਚੋਂ ਚਾਹੀਦਾ, ਕਿਉਂਕਿ ਸਮੱਗਰੀ ਜਿਹੜੀ ਹੁੰਦੀ ਹੈ ਬਹੁਤ ਜ਼ਰੂਰਤ ਹੁੰਦੀ ਹੈ। ਕੁਝ ਸਮੱਗਰੀ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ, ਬੇਲੋੜੀ ਸਮੱਗਰੀ ਜਿਹੜੀ ਸਾਨੂੰ ਨਹੀਂ ਚਾਹੀਦੀ ਹੈਗੀ ਤਾਂ ਉਹਨਾਂ ਨੂੰ ਅਸੀਂ ਸਾਈਡ ਕਰ ਦਿੰਦੇ ਹਾਂ, ਜਿਹੜੀ ਚਾਹੀਦੀ ਹੈਗੀ ਉਹ ਆਪਣੇ ਕੋਲ ਰੱਖਦੇ ਹਾਂ, ਉਸਨੂੰ ਐਡੀਟਿੰਗ ਕਹਿੰਦੇ ਹਾਂ। ਗਲਤ ਵਾਲੀਆਂ ਚੀਜ਼ਾਂ ਅਸੀਂ ਕੱਢ ਦਿੰਦੇ ਹਾਂ, ਅੱਛੀਆਂ ਵਾਲੀਆਂ ਚੀਜ਼ਾਂ ਜਿਹੜਾ ਡਾਟਾ ਸਾਨੂੰ ਚਾਹੀਦਾ ਉਹ ਰੱਖ ਲੈਂਦੇ ਹਾਂ। ਹੁਣ ਐਡੀਟਿੰਗ ਦੀ ਲੋੜ ਕਿਉਂ ਹੁੰਦੀ ਹੈ, ਕਿਉਂਕਿ ਕਈ ਵਾਰ ਅਸੀਂ ਆਪਣੇ ਸਹਿਯੋਗੀਆਂ ਤੋਂ ਜਿਹੜਾ ਹੈ ਨਾਲ ਕੰਮ ਕਰਵਾਉਂਦੇ ਹਾਂ ਤਾਂ ਉਹਨਾਂ ਤੋਂ ਕਈ ਵਾਰ ਗਲਤੀਆਂ ਹੁੰਦੀਆਂ, ਸਾਡੇ ਤੋਂ ਹੋ ਜਾਂਦੀਆਂ, ਤਾਂ ਇਸ ਕਰਕੇ ਸਹੀ ਸਟੀਕ ਸਮੱਗਰੀ ਪ੍ਰਾਪਤ ਕਰਨ ਲਈ ਜਿਹੜਾ ਹੈ ਅਸੀਂ ਐਡੀਟਿੰਗ ਕਰਦੇ ਹਾਂ। ਕਈ ਵਾਰ ਅੱਧੀ ਅਧੂਰੀ ਜਾਣਕਾਰੀ ਵਾਲਾ ਵੀ ਡਾਟਾ ਹੁੰਦਾ ਉਹ ਅਸੀਂ ਸਾਈਡ 'ਤੇ ਕਰ ਦਿੰਦੇ ਹਾਂ। ਕਈ ਵਾਰ ਭਵਿੱਖ 'ਚ ਜਿਹੜੀ ਚੀਜ਼ ਸਾਡੇ ਕੰਮ ਆਉਣ ਵਾਲੀ ਹੈ ਉਸ ਨੂੰ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ। ਸੋ ਐਡੀਟਿੰਗ ਅਸੀਂ ਤਾਂ ਕਰਦੇ ਹਾਂ। ਕੋਡਿੰਗ ਦਾ ਮਤਲਬ ਕੀ ਹੁੰਦਾ ਹੈ, ਜਦੋਂ ਅਸੀਂ ਐਡੀਟਿੰਗ ਤੋਂ ਬਾਅਦ ਕੋਡ ਦਿੰਦੇ ਹਾਂ ਠੀਕ ਹੈ। ਹਰੇਕ ਚੀਜ਼ ਨੂੰ ਅਸੀਂ ਨਾਮ ਦੇ ਨਾਲ ਯਾਦ ਨਹੀਂ ਰੱਖ ਸਕਦੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਕੋਡਿੰਗ ਦਿੰਦੇ ਹਾਂ। ਮੇਲਸ ਨੂੰ ਦੇਤਾ ਅਸੀਂ ਕੋਡ M ਠੀਕ ਹੈ, ਫੀਮੇਲਸ ਨੂੰ F ਕੋਡ ਦੇਤਾ, ਚਿਲਡਰਨ ਨੂੰ C ਦੇਤਾ ਹੈ ਨਾ। ਕਿੰਨੇ ਪਰਸੈਂਟੇਜ ਚਿਲਡਰਨ ਹੈ 10%, ਫੀਮੇਲਸ ਕਿੰਨੀਆਂ ਨੇ 40%, ਮੇਲਸ ਕਿੰਨੇ ਨੇ 30%। ਸੋ ਇੱਦਾਂ ਜਿਹੜਾ ਹੈ ਅਸੀਂ ਇਹਨਾਂ ਨੂੰ ਕੋਡਿੰਗ ਕਰ ਦਿੰਦੇ ਹਾਂ। ਸੋ ਕੋਡ ਦੇ ਕੇ ਅਸੀਂ ਆਸਾਨੀ ਨਾਲ ਇਹਨਾਂ ਨੂੰ ਯਾਦ ਕਰ ਸਕਦੇ ਹਾਂ ਠੀਕ ਹੈ। ਹੁਣ ਹੈ ਯੂਜ਼ ਆਫ ਸਟੈਟਿਸਟਿਕਸ। ਸੰਖਿਅਕੀ ਦੇ ਕੀ ਕੰਮ ਨੇ, ਅੰਕੜਾ ਵਿਗਿਆਨ ਦੇ ਕੀ ਕੰਮ ਨੇ। ਸੋ ਅੰਕੜਾ ਵਿਗਿਆਨ ਜਿਹੜਾ ਹੈ ਉਹ ਸਾਨੂੰ ਸੰਖਿਅਕ ਸਟੈਟਿਕਸ ਦੀ ਮਦਦ ਦੇ ਨਾਲ ਤੱਥਾਂ ਨੂੰ ਨਿਸ਼ਚਿਤ ਕਰਦਾ ਹੈ। ਨੰਬਰਾਂ ਦੀ ਮਦਦ ਨਾਲ ਅਸੀਂ ਇਸ ਨੂੰ ਦੇਖ ਸਕਦੇ ਹਾਂ ਅਤੇ ਇਸ ਨੂੰ ਛੋਟਾ ਕਰਕੇ ਜਿਹੜਾ ਹੈ ਆਸਾਨ ਕੀਤਾ ਜਾ ਸਕਦਾ ਹੈ ਅੰਕੜਿਆਂ ਦੇ ਨਾਲ। ਜਿਵੇਂ ਹੁਣ ਆਪਾਂ 10ਵੀਂ ਦੇ ਮੈਥ ਦੇ ਵਿੱਚ ਅੰਕੜਾ ਵਿਗਿਆਨ ਸਟੈਟਿਸਟਿਕਸ ਵਾਲਾ ਚੈਪਟਰ ਕੀਤਾ ਸੀ, ਉਹਦੇ ਵਿੱਚ ਆਪਾਂ ਮੀਨ ਮੋਡ ਮੀਡੀਅਨ ਕੱਢਦੇ ਹੁੰਦੇ ਸੀਗੇ ਹੈ ਨਾ। ਤਾਂ ਉਹਦੇ ਵਿੱਚ ਦੇਖਿਆ ਸੀ ਫ੍ਰੀਕੁਐਂਸੀਆਂ ਵੀ ਟੋਟਲ ਘਰਾਂ 'ਚ ਲਾਈਟ ਇੰਨੇ ਘਰਾਂ 'ਚ ਹੈ, ਇੰਨਿਆਂ 'ਚ ਨਹੀਂ ਹੈ। ਵਹੀਕਲ ਕਾਰ ਇਹਨਾਂ ਕੋਲ ਹੈ, ਇਹਨਾਂ ਕੋਲ ਨਹੀਂ ਹੈ, ਤਾਂ ਕਿੰਨੇ ਸਾਰੇ ਕਾਰ ਹੈ। 500 ਦਾ ਡਾਟਾ ਜਿਹੜਾ ਹੈ ਆਪਾਂ ਨੂੰ ਡਿਜਿਟਸ 'ਚ ਦਿੱਤਾ ਜਾਂਦਾ ਸੀ ਹੈ ਨਾ। ਤਾਂ ਉਸੇ ਨੂੰ ਸਟੈਟਿਸਟਿਕਸ ਕਹਿੰਦੇ ਆ। ਬੜੇ ਆਸਾਨੀ ਦੇ ਨਾਲ ਜਿਹੜਾ ਹੈ ਮੱਧਮਾਨ ਮਧਿਕਾ ਔਸਤ ਜਿਹੜੀ ਹੈਗੀ ਆ ਉਹਦੇ ਨਾਲ ਮੀਨ ਮੋਡ ਮੀਡੀਅਨ ਨਾਲ ਦਿਖਾਇਆ ਜਾ ਸਕਦਾ ਹੈ। ਅਸੀਂ ਇੱਕ ਨਵੀਂ ਹਾਈਪੋਥੇਸਿਸ ਉਪਕਲਪਨਾ ਬਣਾ ਸਕਦੇ ਹਾਂ ਅਤੇ ਸਟੈਟਿਸਟਿਕਸ ਨਾਲ ਜਿਹੜਾ ਹੈ ਅਸੀਂ ਅੰਕੜੇ ਇਕੱਠੇ ਕਰ ਸਕਦੇ ਹਾਂ, ਤੁਲਨਾ ਕਰ ਸਕਦੇ ਹਾਂ ਅਤੇ ਹਾਈਪੋਥੇਸਿਸ ਦਾ ਨਿਰਮਾਣ ਕਰ ਸਕਦੇ ਹਾਂ। ਪ੍ਰੈਡਿਕਸ਼ਨ ਭਵਿੱਖਬਾਣੀ ਵੀ ਕਰ ਸਕਦੇ ਹਾਂ ਠੀਕ ਹੈ। ਨੀਤੀਆਂ ਦਾ ਨਿਰਮਾਣ ਅਸੀਂ ਕਰ ਸਕਦੇ ਹਾਂ। ਹੁਣ ਹੈ ਮੈਜ਼ਰਸ ਆਫ ਸੈਂਟਰਲ ਟੈਂਡੈਂਸੀ। ਕੇਂਦਰੀ ਪ੍ਰਵਿਰਤੀ ਕੀ ਹੈ, ਸ਼ਾਰਟ ਕੁਐਸਚਨ ਪੁੱਛਿਆ ਜਾਂਦਾ। ਕੇਂਦਰੀ ਪਰਿਵਰਤਨ ਸੈਂਟਰਲ ਟੈਂਡੈਂਸੀ ਕੀ ਹੁੰਦੀ ਹੈ, ਇੱਕ ਮੁੱਲ ਬਿੰਦੂ ਸਥਿਤੀ ਹੈ ਜਿਹੜੀ ਸਾਰੇ ਮੁੱਲਾਂ ਦਾ ਪ੍ਰਤੀਨਿਧ ਕਰਦੀ ਹੈ। ਇਹ ਸਾਰੇ ਮੁੱਲ ਇਸ ਦੇ ਆਲੇ ਦੁਆਲੇ ਹੁੰਦੇ ਨੇ ਅਤੇ ਔਸਤ ਅੰਕੜੇ ਦੇ ਵਿੱਚੋਂ ਇੱਕ ਮੁੱਲ ਚੱਕ ਲਿਆ ਜਾਂਦਾ ਹੈ ਜਿਹੜਾ ਕਿ ਸਾਰਿਆਂ ਦਾ ਪ੍ਰਤੀਨਿਧ ਰਿਪਰੈਜ਼ੈਂਟ ਸਾਰਿਆਂ ਨੂੰ ਕਰਦਾ ਹੈ। ਸੋ ਇਹਦੇ ਉਦੇਸ਼ ਕੀ ਹੁੰਦੇ ਨੇ, ਜਿਹੜੇ ਬਹੁਤ ਬਿਖਰਿਆ ਹੋਇਆ ਡਾਟਾ ਹੈ ਉਸਨੂੰ ਸਰਲ ਸੰਖੇਪ ਰੂਪ ਦਿੱਤਾ ਜਾ ਸਕੇ ਠੀਕ ਹੈ। 2 ਜਾਂ 2 ਤੋਂ ਵੱਧ ਸਮੂਹਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ। ਜਿਹੜੇ ਅਨੁਮਾਨ ਲਗਾਏ ਜਾਂਦੇ ਨੇ ਉਹ ਕਾਫੀ ਸਟੀਕ ਹੁੰਦੇ ਨੇ ਠੀਕ ਹੈ। ਰਿਜ਼ਲਟਸ ਬਿਲਕੁਲ ਐਕੂਰੇਟ ਹੁੰਦੇ ਨੇ। ਸੋ ਮੀਨ ਕਿਹਨੂੰ ਕਹਿੰਦੇ ਨੇ, ਜਿਨ੍ਹਾਂ ਨੇ 10th ਵਿੱਚ ਮੈਥ ਪੜ੍ਹਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ, +2 'ਚ ਮੈਥ ਪੜ੍ਹਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ। ਸੋ ਸਟੈਟਿਸਟਿਕਸ ਦੇ ਵਿੱਚ ਮੀਨ ਹੁੰਦਾ ਹੈਗਾ। ਮੀਨ ਦਾ ਮਤਲਬ ਕੀ ਹੁੰਦਾ ਹੈ, ਸਾਰੀਆਂ ਮਦਾਂ ਦਾ ਜੋੜ ਠੀਕ ਹੈ ਅਪੋਨ ਜਿਹੜਾ ਹੈ ਮਦਾਂ ਦੀ ਗਿਣਤੀ। ਆਪਾਂ ਕਰਦੇ ਹੁੰਦੇ ਸੀ ਨਾ ਫਾਰਮੂਲਾ ਇਹ ਵਾਲਾ। ਸੋ ਇਹਦੇ ਨਾਲ ਕੀ ਕਰਦੇ ਸੀਗੇ ਆਪਾਂ, ਆਪਣੇ ਕੋਲੇ ਕੀ ਨਿਕਲ ਆਉਂਦਾ ਸੀ ਮੀਨ ਠੀਕ ਹੈ। ਸੋ ਮਦਾਂ ਦਾ ਜੋੜ ਅਪੋਨ ਮਦਾਂ ਦੀ ਗਿਣਤੀ। ਤਾਂ ਮਦਾਂ ਦਾ ਜੋੜ ਲਾਈਕ 400 ਹੈ ਠੀਕ ਹੈ ਅਤੇ ਮਦਾਂ ਦੀ ਗਿਣਤੀ ਹੈਗੀ ਹੈ 20। ਤਾਂ ਅਸੀਂ ਇਸ ਨੂੰ ਕਰਾਂਗੇ ਡਿਵਾਈਡ, ਉਸ ਤੋਂ ਬਾਅਦ ਸਾਡੇ ਕੋਲ ਆਨਸਰ ਆ ਜਾਏਗਾ 20 ਕਿ ਸਾਡਾ ਜਿਹੜਾ ਹੈਗਾ ਸਾਡਾ ਕੀ ਕਹਿੰਦੇ ਨੇ ਇਹਨੂੰ ਮੱਧਮਾਨ ਜਿਹੜਾ ਹੈਗਾ ਉਹ 20 ਹੈ ਠੀਕ ਹੈ। ਉਸ ਤੋਂ ਬਾਅਦ 'ਚ ਹੈ ਮਧਿਕਾ ਦਾ ਮਤਲਬ ਕੀ ਹੁੰਦਾ, ਸੈਂਟਰ ਪੁਆਇੰਟ। ਲਾਈਕ ਸਾਡੇ ਕੋਲੇ 11 ਦਾ ਡਾਟਾ ਹੈਗਾ ਠੀਕ ਹੈ, ਅਸੀਂ ਉਸਨੂੰ ਚੜ੍ਹਦੇ ਕ੍ਰਮ 'ਚ ਜਾਂ ਫਿਰ ਲਹਿੰਦੇ ਕ੍ਰਮ ਦੇ ਵਿੱਚ ਡਿਕਰੀਜ਼ਿੰਗ ਜਾਂ ਫਿਰ ਇਨਕਰੀਜ਼ਿੰਗ ਆਰਡਰ 'ਚ ਲਿਖਾਂਗੇ। ਲਾਈਕ 2 4 6 8 10 12 ਮਤਲਬ ਇੱਦਾਂ। ਉਸ ਤੋਂ ਬਾਅਦ ਅਸੀਂ 3 ਇੱਧਰ ਕਰਤੇ 3 ਇੱਧਰ ਕਰਤੇ ਲਾਈਕ ਹੈ ਨਾ। ਅਗਰ ਆਪਣੇ ਕੋਲੇ 11 ਹੈ, ਲਾਈਕ 11 ਦਾ ਅੰਕੜਾ ਹੈ
5 ਅਸੀਂ ਇੱਧਰ ਕਰਤੇ, 5 ਅਸੀਂ ਇੱਧਰ ਕਰਤੇ, ਠੀਕ ਹੈ। ਜਾਂ ਤਾਂ ਅਸੀਂ ਇਨਕਰੀਜ਼ਿੰਗ ਆਰਡਰ 'ਚ ਕਰ ਦਾਂਗੇ ਜਾਂ ਅਸੀਂ ਡਿਕਰੀਜ਼ਿੰਗ 'ਚ, ਜਾਂ ਚੜ੍ਹਦੇ ਕਰਮ 'ਚ ਜਾਂ ਲੈਂਦੇ ਕਰਮ ਦੇ ਵਿੱਚ, ਠੀਕ ਹੈ। ਤਾਂ ਉਹਦੇ ਵਿੱਚ ਜਦੋਂ ਕਰਕੇ ਸਾਡੇ ਕੋਲ ਵਿਚਕਾਰ ਵਾਲੀ ਸੰਖਿਆ ਜਿਹੜੀ ਬਚ ਜਾਂਦੀ ਹੈਗੀ ਆ, ਉਹ ਜਿਹੜੀ ਹੋਏਗੀ ਸਾਡੀ ਮਧਿਕਾ ਹੋਏਗੀ, ਠੀਕ ਹੈ। ਇਹਦੇ ਨਾਲ ਕੀ ਕੀਤਾ ਜਾਂਦਾ ਹੈ, 2 ਬਰਾਬਰ ਭਾਗਾਂ ਦੇ ਵਿੱਚ 5 ਵੰਡਤਾ, 11 ਮਦਾਂ ਸੀ ਸਾਡੇ ਕੋਲੇ, 5 ਵੰਡਤਾ ਅਤੇ ਵਿਚਕਾਰ ਵਾਲੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਕੀ ਕਹਿ ਦਾਂਗੇ ਕਿ ਸਾਡਾ ਮਧਿਕਾ ਹੈਗੀ, ਵਿਚਕਾਰ। ਮਧਿਕਾ ਮੀਨਸ ਬਰਾਬਰ ਵਿਚਕਾਰ ਵਾਲੀ। ਮੋਡ ਮਤਲਬ ਬੋਲਕ, ਜਿਹੜੀ ਬਾਰ-ਬਾਰ ਆ ਰਹੀ ਹੈ ਮੁੱਲ, ਉਸ ਨੂੰ ਅਸੀਂ ਕਹਿੰਦੇ ਹਾਂ ਬਾਰ-ਬਾਰ ਆਉਣ ਵਾਲੀ ਲੜੀ, ਜਾਂ ਫਿਰ ਮਦ ਨੂੰ ਅਸੀਂ ਕਹਿੰਦੇ ਹੈਗੇ ਆ ਬਹੁਲਕ, ਠੀਕ ਹੈ। ਲਾਈਕ 100 ਵਿਦਿਆਰਥੀਆਂ ਦੇ ਵਿੱਚੋਂ 70 ਵਿਦਿਆਰਥੀ ਦੀ ਉਮਰ 15 ਸਾਲ ਦੇ ਲਗਭਗ ਹੈ, ਤਾਂ ਇਸ ਨੂੰ ਕੀ ਕਹਾਂਗੇ ਅਸੀਂ 15 ਬਹੁਲਕ, ਕਿਉਂਕਿ ਜਿਹੜਾ ਹੈ ਬਾਰ-ਬਾਰ ਕੌਣ ਆ ਰਿਹਾ, 15 ਸਾਲ ਦੀ ਉਮਰ ਵਾਲੇ ਬਾਰ-ਬਾਰ ਆ ਰਹੇ, ਤਾਂ ਮੀਨਸ ਜਿਹੜੀ ਬਾਰ-ਬਾਰ ਚੀਜ਼ ਆ ਰਹੀ ਹੈ ਉਹ ਹੈ ਬਹੁਲਕ। ਬਾਰ-ਬਾਰ ਆਉਣ ਵਾਲੀ ਮਦ ਨੂੰ ਬਹੁਲਕ ਕਿਹਾ ਜਾਂਦਾ ਹੈ। ਸੋ ਹੋਪ ਤੁਹਾਨੂੰ ਵੀਡੀਓ ਸਮਝ ਆ ਗਿਆ ਹੋਏਗਾ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।